अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, गुजरांवाला के इलाका में जुल्म की दास्तान रकम कर दी गई। एक 7 साला मासूम बच्ची को फूफा ने ज्यादती का निशाना बनाया, उसके बाद उसे कत्ल किया और उसकी लाश को गंदे नाले में फेंक दिया। दरिंदा सिफ्त मुलजिम ने ये सब कुछ क्यों किया और पुलिस मुलजिम तक कैसे पहुंची, ये बताएंगे आज के प्रोग्राम तफ्तीशी में। नाजरीन, हमारे साथ वो गमज़दा वालिद मौजूद है जिसकी 7 साला बच्ची को दरिंदगी का निशाना बनाने के बाद कत्ल कर दिया गया और उसकी लाश को गंदे नाले में फेंक दिया गया। ये अफसोसनाक वाक़या गुजरांवाला के इलाका में पेश आया है। उस वालिद की ज़ुबानी ही जान लेते हैं कि ये सब कुछ कैसे हो गया और कौन इसमें मुलव्वस है। और उसमें दर्दनाक बात यह है कि बच्ची का जो सगा फूफा है वो इस वारदात में मुलव्वस है और उसी ने बच्ची को घर से निकलते हुए बाइक पे बिठाया और उसके बाद फैक्ट्री में ले जाकर उससे ज़्यादती का निशाना बनाया और उसके बाद उसे कत्ल कर दिया और कत्ल करने के बाद उसकी लाश को नाले में बहा दिया। बड़ा ही अफसोसनाक वाक़या है जी। अल्लाह पाक तुहानू सबर देवे। किवें होया कि बच्ची कित्थों आई सी, किधर चली गई ते किवें लभना शुरू किया बच्ची नूं? भाई जुम्मे का टाइम से उदा ना मतलब कि 2:20 जुम्मा पढ़ के असीं ਜਿਹੜਾ ਨਾ ਆਏ ਹਾਂ ਤੇ ਮੈਨੂੰ ਲੱਗਾ ਇੱਥੇ ਹੀ ਬੱਚੀ ਖੇਲਦੀ ਹੋਏਗੀ। ਘਰ ਦੇ ਕਹਿ ਰਹੇ ਹਨ ਲੇਕਿਨ ਬੱਚੀ ਜਿਹੜਾ ਨਾ ਨਹੀਂ ਮਿਲ ਰਹੀ। ਕਿੰਨੀ ਉਮਰ ਐਕੂਰੇਟ ਬੱਚੀ ਦੀ ਕਿੰਨੀ ਸੀ? ਪੌਣੇ 7 ਸਾਲ ਜਿਹੜਾ ਨਾ ਹੈ ਸੀ ਉਮਰ ਬੱਚੀ ਦਾ। ਇਹ 7 ਸਾਲ ਦੀ ਵੀ ਪੂਰੀ ਨਹੀਂ ਹੋਈ? ਹਾਂਜੀ। ਵੱਡੀ ਬੇਟੀ ਸੀ ਤੁਹਾਡੀ? ਹਾਂਜੀ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ 4 ਬੱਚੇ ਨੇ। 4 ਬੱਚੇ ਨੇ। ਸਭ ਤੋਂ ਵੱਡੀ ਹੈ? ਹਾਂਜੀ, ਸਭ ਤੋਂ ਵੱਡੀ ਹੈ ਅਸੀਂ। ਠੀਕ ਹੈ। ਤੇ ਜੁਮੇ ਤੋਂ ਬਾਅਦ? ਜੁਮੇ ਤੋਂ ਬਾਅਦ ਜਿਹੜਾ ਨਾ ਇੰਝ ਹੀ ਮਤਲਬ ਕਿ ਅਸੀਂ ਲੱਭਣਾ ਸ਼ੁਰੂ ਹੋਏ ਹਾਂ। ਮੋਟਰਸਾਈਕਲ 'ਤੇ ਕੋਈ ਇੱਧਰ ਤੁਰ ਗਿਆ, ਕੋਈ ਉੱਧਰ ਤੁਰ ਗਿਆ। ਵੀਡੀਓ ਵੇਖਦੇ ਰਹੇ ਹਾਂ, ਪੁਲਿਸ ਨੂੰ ਬੁਲਾ ਲਿਆ, ਠੀਕ ਹੈ ਨਾ। ਅਤੇ ਇਸ ਤਰ੍ਹਾਂ ਹੀ ਚਾਚੂ ਖਾਲਨ ਨੇ ਮੁਹੱਲੇਦਾਰ ਉਹਨਾਂ ਨੇ ਵੀਡੀਓ ਵੇਖ ਕੇ ਕਿਹਾ ਕਿ ਬਈ ਜਿਹੜਾ ਨਾ ਇਹ ਬੰਦਾ ਜਿਹੜਾ ਨਾ ਇੱਕ ਦਫਾ ਇਹਨੇ ਇੱਧਰ ਵੇਖਿਆ ਗਲੀ 'ਚ, ਇੱਕ ਦਫਾ ਦੂਸਰੀ ਤਰਫ ਦੇਖਿਆ ਅਤੇ ਉਂਗਲ ਦਾ ਇਸ਼ਾਰਾ ਕਰਦਾ। ਮੈਨੂੰ ਲੱਗਦਾ ਜਿਹੜਾ ਨਾ ਇਹ ਬੰਦਾ ਹੀ ਹੈ। ਅਤੇ ਅਸੀਂ ਕਹਿੰਦੇ ਨਹੀਂ ਇਹ ਤਾਂ ਸਾਡਾ ਬਣਵਾਈ ਹੈ, ਹੋ ਹੀ ਨਹੀਂ ਸਕਦਾ, ਇੰਝ ਕਰ ਹੀ ਨਹੀਂ ਸਕਦਾ, ਨਹੀਂ ਐ ਨਹੀਂ ਇੰਝ ਦਾ। ਅਤੇ ਆਉਂਦਾ ਰੋਟੀ ਲੈ ਕੇ 2-3 ਘੰਟੇ ਬਾਅਦ ਜਿਹੜਾ ਨਾ ਚਲਿਆ ਜਾਂਦਾ। ਉਹਨੇ ਕਿਹਾ ਯਾਰ ਤੁਹਾਡਾ ਤਾਂ ਹੁਣ ਰਿਸ਼ਤਾ ਹੈ, ਹੁਣ ਤੁਹਾਨੂੰ ਕੌਣ ਸਮਝਾਏ, ਮੈਨੂੰ ਤਾਂ ਇਹੀ ਲੱਗ ਰਿਹਾ। ਅਸੀਂ ਕਿਹਾ ਚਲੋ ਠੀਕ ਹੈ। ਅੱਗੇ ਜਿਹੜਾ ਨਾ ਗਏ ਆ ਨਹਿਰ 'ਤੇ, ਉੱਥੇ ਵੀ ਫੈਕਟਰੀ ਦੇ ਕੈਮਰੇ ਲੱਗੇ ਹਨ ਲੇਕਿਨ ਉਹਦੀ ਜਿਹੜਾ ਨਾ ਡੇਟ ਗਲਤ ਸੀ। ਅਸੀਂ ਜਿਹੜਾ ਨਾ ਵੇਖ ਕੇ ਆ ਗਏ ਹਾਂ ਉੱਥੋਂ। ਉੱਥੇ ਨਹੀਂ ਨਜ਼ਰ ਆਇਆ। ਡੇਢ ਇੱਕ ਦਿਨ ਦਾ ਅੱਗਾ ਪਿੱਛਾ ਹੀ ਡੇਢ ਦਾ, ਠੀਕ ਹੈ ਨਾ। ਫਿਰ ਦੁਬਾਰਾ ਜਿਹੜਾ ਨਾ ਪੁਲਿਸ ਗਈ ਉੱਥੇ, ਦੁਬਾਰਾ ਉਹਨਾਂ ਨੇ ਵੇਖਿਆ, ਚੈੱਕ ਕੀਤਾ, ਉਹਦੀ ਜਿਹੜਾ ਨਾ ਡੇਟ ਗਲਤ ਸੀ। ਉਹਨਾਂ ਨੇ ਡੇਟ ਜਿਹੜਾ ਨਾ ਸੈਟਿੰਗ ਕੀਤੀ ਅੱਗੇ ਜਿਹੜਾ ਨਾ ਲੈ ਕੇ ਜਾ ਰਿਹਾ। ਅਤੇ ਜਿਹੜਾ ਨਾ ਬੱਚੀ ਨੂੰ ਪਛਾਣ ਲਿਆ ਬਈ ਮੇਰੇ ਨੇ। ਉਹਨੇ ਬੱਚੀ ਵੀ ਅਤੇ ਉਹਨੇ ਕਿਹਾ ਮੁੰਡਾ ਜਿਹੜਾ ਨਾ ਇਹ ਤਾਂ ਸਾਡਾ ਆਪਣਾ, ਇਹਨੂੰ ਤਾਂ ਮੈਂ ਪਛਾਣਨਾ, ਡੇਰ ਨਾ ਕਰੋ, ਮੈਨੂੰ ਪਤਾ ਜਿੱਥੇ ਵੀ ਹੈ ਇਹਦੀ ਫੈਕਟਰੀ, ਜਿੱਥੇ ਵੀ ਹੈ ਮੈਨੂੰ ਪਤਾ, ਚਲੋ ਇਹਨੂੰ ਜਿਹੜਾ ਨਾ ਉੱਥੇ ਚਲੀਏ। ਫਿਰ ਪੁਲਿਸ ਵੀ ਨਾਲ ਗਈ, ਉਹਨਾਂ ਨੇ ਜਿਹੜਾ ਨਾ ਉਹੀ ਬਨੋਈ ਸੀ ਤੁਹਾਡਾ? ਬਨਵਾਈ ਸੀ। ਅੱਛਾ। ਉੱਥੇ ਜਾ ਕੇ ਜਿਹੜਾ ਨਾ ਇਹਨਾਂ ਨੇ ਫੜ ਲਿਆ ਅਤੇ ਉਹਦੇ ਕੋਲ ਜਿਹੜਾ ਨਾ ਪੁੱਛਿਆ ਇਹਨਾਂ ਨੇ ਅਤੇ ਉਹ ਮੰਨ ਗਿਆ। ਫਿਰ ਤੁਹਾਨੂੰ ਕਦੋਂ ਇਤਲਾਹ ਮਿਲੀ ਕਿ ਐਡਾ ਵੱਡਾ ਜ਼ੁਲਮ ਹੋ ਗਿਆ, ਬੱਚੀ ਨੂੰ ਕਤਲ ਹੀ ਕਰ ਦਿੱਤਾ, ਮਾਰ ਹੀ ਦਿੱਤਾ? ਇਤਲਾਹ ਜਿਹੜਾ ਨਾ ਮਤਲਬ ਕਿ ਮਿਲ ਗਈ ਸੀ ਇਹਨਾਂ ਜਿਹੜਾ ਨਾ ਜਲਦੀ ਮਿਲ ਗਈ ਸੀ। ਇਹਨਾਂ ਨੇ ਦੱਸ ਦਿੱਤਾ ਸੀ ਕਿ ਬਈ ਪਹਿਲਾਂ ਕਹਿ ਰਿਹਾ ਸੀ ਜੀ ਮਲੰਗ ਦੇ ਕੋਲ ਕਦੇ ਕੁਛ, ਇਹਨੇ ਝੂਠ ਬੋਲਦਾ ਸੀ ਜਿਹੜਾ ਨਾ। ਅਤੇ ਫਿਰ ਜਦੋਂ ਨਾਲੇ ਦੇ ਦੱਸਿਆ ਤਾਂ ਫਿਰ ਉੱਥੇ ਵੀ ਗਏ ਨੇ, ਮਤਲਬ ਕਿ ਇਹਨਾਂ ਨੇ ਆਪਰੇਸ਼ਨ ਕੀਤਾ ਪੁਲਿਸ ਵਾਲਿਆਂ ਨੇ, ਉੱਥੋਂ ਬੱਚੀ ਲੱਭ ਲਈ ਇਹਨਾਂ ਨੇ। ਤੁਹਾਡੀ ਸਿਸਟਰ ਤੁਹਾਡੇ ਕੋਲ ਹੀ ਰਹਿੰਦੇ ਨੇ? ਕਿੰਨੇ ਅਰਸੇ ਤੋਂ ਹੈ ਤੁਹਾਡੇ ਕੋਲ ਰਹਿ ਰਹੇ ਆ? 8 ਸਾਲ ਤੋਂ ਰਹਿ ਰਿਹਾ ਸੀ। ਉਹਨੂੰ ਦਿਆ ਸੀ ਮੈਂ ਜੋ ਮਰਜ਼ੀ ਕਰਾਂਗਾ, ਜਿਹੜਾ ਨਾ ਮੇਰੇ 'ਤੇ ਜਿਹੜਾ ਨਾ ਇਹਨਾਂ ਨੂੰ ਤਮਾਦ ਹੀ ਬੜਾ, ਯਕੀਨ ਹੀ ਬੜਾ। ਮੇਰਾ ਤਾਂ ਕਿਸੇ ਨੇ ਨਾਂ ਲੈਣਾ ਹੀ ਨਹੀਂ, ਲੇਕਿਨ ਅੱਲਾਹ ਪਾਕ ਦਾ ਸ਼ੁਕਰ ਹੈ ਜਿਹੜਾ ਨਾ ਪਤਾ ਲੱਗ ਗਿਆ। ਹੋਰ ਕਿਸੇ ਬੰਦੇ ਨਾਲ ਦੁਸ਼ਮਣੀ ਨਹੀਂ ਪਈ। ਇਹ ਕਿਵੇਂ ਹੋ ਗਿਆ? ਉਹਦੇ ਤੇ ਆਪਣੇ ਬੱਚੇ ਨੇ, ਉਹਦੇ 2 ਬੱਚੇ ਨੇ? ਨਹੀਂ ਸਮਝ ਆਉਂਦਾ। ਕਦੋਂ ਸ਼ਾਦੀ ਹੋਈ ਸੀ ਤੇ ਕਿੰਨੀ ਅਰਸੇ ਤੋਂ ਇੱਧਰ ਉਹਦੀ ਫੈਮਿਲੀ ਰਹਿ ਰਹੀ? ਆਪ ਵੀ ਰਹਿੰਦਾ ਸੀ ਇੱਥੇ? ਉਹ ਨਾ ਚੌਂਕੀਦਾਰਾ ਕਰਦਾ ਸੀ ਫੈਕਟਰੀ ਦੇ ਵਿੱਚ। ਸਹੀ, ਠੀਕ ਹੈ। ਅਤੇ ਦਿਨੇ ਅਗਰ ਕੋਈ ਛੁੱਟੀ ਕਰ ਲੈਂਦਾ ਸੀ ਨਾ ਮਜ਼ਦੂਰ, ਉਹਦੀ ਜਗ੍ਹਾ 'ਤੇ ਕੰਮ ਕਰਦਾ ਸੀ। ਅਤੇ ਇਹ ਮਤਲਬ ਕਿ 2-3 ਘੰਟੇ ਆਉਂਦਾ ਸੀ ਘਰ ਅਤੇ ਜਿਹੜਾ ਨਾ ਫਿਰ ਚਲਿਆ ਜਾਂਦਾ ਸੀ ਰੋਟੀ ਲੈ ਕੇ। ਅਸੀਂ ਤਾਂ ਕਿਹਾ, ਅਸੀਂ ਤਾਂ ਇੰਨੀ ਆਨੇ ਹਾਂ ਕਿ ਐਡਾ ਮੁੰਡਾ ਚੰਗਾ, ਜਿਹੜਾ ਨਾ ਐਡਾ ਮੁੰਡਾ ਇਹ ਤਾਂ ਕਰ ਹੀ ਨਹੀਂ ਸਕਦਾ। ਕਦੀ ਇਸ ਬੰਦੇ ਨਾਲ ਘਰ ਰਿਹਾ ਹੋਏ ਤਾਂ ਕੋਈ ਉਹਦੇ ਨਾਲ ਕੋਈ ਗੱਲਬਾਤ ਹੋਈ ਹੋਏ ਨਾ, ਅਸੀਂ ਆਨੇ ਹਾਂ ਕਿ ਇਹਦੇ ਨਾਲ ਐ ਨਹੀਂ ਇੰਝ ਕਰ ਸਕਦੇ। ਪਹਿਲੇ ਕਦੀ ਕੋਈ ਇਹੋ ਜਿਹਾ ਮਾਮਲਾ ਨਹੀਂ? ਕੋਈ ਮਾਮਲਾ ਨਹੀਂ। 8 ਸਾਲ ਹੋ ਗਏ ਨੇ। ਪਹਿਲੀ ਦਫਾ ਜਿਹੜਾ ਨਾ ਮਤਲਬ ਕਿ ਯਾਰ ਇੱਕ ਲੜਾਈ ਕੀ ਹੁੰਦੀ ਹੈ, ਮੂੰਹ ਮਾਰੀ ਕੀ ਹੁੰਦੀ ਹੈ, ਇਹ
ਸਾਨੂੰ ਤੇ ਅਸੀਂ ਤਾਦੀ ਦਾ ਯਕੀਨ ਨਹੀਂ ਕਰਦੇ। 2-3 ਦਿਨ ਤਾਦੀ ਦੇ ਇਸ ਤਰ੍ਹਾਂ ਲੰਘ ਗਏ ਨੇ ਸਾਡੇ। ਤੇ ਫਿਰ ਤਾਂ ਸਿਸਟਰ ਨੂੰ ਵੀ ਜ਼ਾਹਿਰ ਜੀ ਗੱਲ ਹੈ, ਫਿਰ ਉਦੋਂ ਪਤਾ ਲੱਗਾ ਹੋਏਗਾ, ਦੱਸਿਆ ਹੋਏਗਾ ਤੁਸੀਂ, ਉਹ ਕੀ ਕਹਿੰਦੇ ਆ? ਉਹਨਾਂ ਨੂੰ ਵੀ ਬੜਾ ਗੁੱਸਾ ਚੜਿਆ। ਉਹ ਕਹਿ ਰਹੇ ਨੇ ਇਹਦੇ ਟੋਟੇ ਕਰਕੇ ਜਿਹੜਾ ਨਾ ਤੁਸੀਂ ਪੁਲਿਸ ਨੂੰ ਫੜਵਾਇਆ, ਇਹਨੂੰ ਟੋਟੇ ਕਰਕੇ ਗੰਦੇ ਨਾਲੇ ਦੇ ਵਿੱਚ ਜਿਹੜਾ ਨਾ ਇਹਨੂੰ ਵੀ ਉੱਥੇ ਰੋੜੋ। ਉਹ ਤੇ ਆ ਕੇ ਆ ਰਹੇ ਨੇ। ਬੱਚੀ ਦੀ ਵਾਲਦਾ ਜਿਹੜੀ ਹੈ ਉਹ ਕਿਸ ਹਾਲਤ 'ਚ ਹੈ? ਉਹ ਵੀ ਜਦੋਂ ਕੋਈ ਚੀਜ਼ ਵੇਖਦੇ ਨੇ, ਕੱਪੜੇ ਜਾਂ ਕੋਈ ਚੀਜ਼, ਜੁੱਤੀਆਂ ਵਗੈਰਾ, ਸਕੂਲ ਦੀ ਵਰਦੀ, ਉਹ ਰੋਣ ਲੱਗ ਜਾਂਦੇ ਨੇ ਜਦੋਂ ਮਰਜ਼ੀ ਵੇਖ ਕੇ, ਜਦੋਂ ਮਰਜ਼ੀ। ਉਸ ਦਿਨ ਵੀ ਸਕੂਲ ਗਈ ਸੀ ਬੱਚੀ? ਸਕੂਲੋਂ ਆ ਗਈ ਸੀ, ਲੇਕਿਨ ਸਕੂਲ ਗਈ ਔਰ ਸਕੂਲ ਦੇ ਰੋਜ਼ਾਨਾ ਜਾਂਦੀ ਸੀ ਨਾ। ਉਸ ਦਿਨ ਹਾਂਜੀ, ਆਖਰੀ ਵਾਰ ਜਿਹੜਾ ਨਾ ਸਕੂਲ ਗਈ ਸੀ। ਕਿੰਨਵੀਂ ਕਲਾਸ 'ਚ ਪੜ੍ਹਦੀ ਸੀ? 2 ਦੇ ਵਿੱਚ ਪੜ੍ਹਦੀ ਸੀ। ਹਾਂਜੀ ਨਾ, ਮਤਲਬ ਕਿ ਖੁੱਲੇ ਪੈਸੇ ਨਹੀਂ ਆਏ ਮੇਰੇ ਕੋਲ, ਤੇ ਮੈਂ ਕਿਹਾ ਅੰਮੀ ਕੋ ਜਾ ਕੇ ਪੈਸੇ ਲੈ ਲੈ ਦੁਕਾਨ 'ਤੇ। ਮੈਂ ਵੀ ਮਗਰ ਹੀ ਚਲਾ ਗਿਆ, ਤੇ ਮੈਂ ਕਿਹਾ ਅੰਮੀ ਨੂੰ ਪੈਸੇ ਦੇ ਦਿਓ। ਆਂਦੇ ਨੇ ਪੈਸੇ ਤੇ ਇਹਨੇ ਲੈ ਲਏ ਨੇ। ਤੇ ਮੈਂ ਪ੍ਰਿਆ ਜਿਹੜੇ ਹੁਣ ਮੈਂ ਤੈਨੂੰ ਦਿੱਤੇ ਨੇ ਉਹ ਵਾਪਸ ਦੇ। ਆਂਦੀਆਂ ਨਹੀਂ ਪਾਪਾ, ਮੈਂ ਇਕੱਲੀ ਹੀ ਜਾਂਦੀ ਹਾਂ ਐਡੀ ਦੂਰ, ਤੇ ਇਕੱਲੀ ਹੀ ਆਉਂਦੀ ਹਾਂ। ਬਸ ਹੁਣ ਜਿਹੜਾ ਨਾ ਜਦੋਂ ਯਾਦ ਆਉਂਦਾ ਤੇ ਆਖਰੀ ਵਾਰੀ ਹੈ ਤੁਹਾਡੀ ਗੱਲ ਹੋਈ ਉਹਦੇ ਨਾਲ? ਹਾਂਜੀ। ਕੋਈ ਨਸ਼ਾ ਨੁਸ਼ਾ ਕਰਦਾ ਸੀ ਹੁੰਦੇ? ਨਹੀਂ, ਅਸੀਂ ਨਹੀਂ, ਸਿਰਫ ਨਸਵਾਰ ਖਾਂਦਿਆਂ ਵੇਖਿਆ, ਹੋਰ ਕੋਈ ਚੀਜ਼ ਨਹੀਂ ਕਰਦਿਆਂ ਵੇਖਿਆ ਉਸ ਬੰਦੇ ਨੂੰ। ਪੁਲਿਸ ਸਹੀ ਕੋਆਪਰੇਟ ਕਰ ਰਹੀ ਹੈ? ਮੁਲਜ਼ਮ ਗ੍ਰਿਫਤਾਰ ਹੈ? ਹਾਂਜੀ, ਸਾਡੇ ਨਾਲ ਤਕਰੀਬਨ ਰਾਤ ਦੇ ਸਵੇਰ 4-4 ਵਜੇ ਤੱਕ ਰਹੇ ਨੇ। 24 ਘੰਟੇ ਜਿਹੜਾ ਨਾ ਨਾਲ ਰਹੇ ਨੇ। ਪਹਿਲੇ ਦਿਨ ਇਹਨਾਂ ਨੇ ਅੱਛਾ ਜਿਹੜਾ ਨਾ ਮਤਲਬ ਕਿ ਨਾਲ ਚੱਲੇ ਨੇ। ਕੀ ਨਾਮ ਹੈ ਭਾਈ ਤੁਹਾਡਾ? ਮਹਿਰਾਜ ਖਾਵਦ। ਅੱਛਾ ਮਹਿਰਾਜ ਸਾਹਿਬ, ਕਿਵੇਂ ਇਤਲਾ ਮਿਲੀ ਤੁਹਾਨੂੰ? ਕਿੱਥੋਂ ਪਤਾ ਲੱਗਾ ਕਿ ਬੱਚੀ ਗਵਾਚ ਗਈ ਹੈ? ਫਿਰ ਕਿਵੇਂ ਸਾਰਾ ਕੁਝ ਕਰਦੇ ਰਹੇ? ਸਾਨੂੰ ਜਦੋਂ ਇਤਲਾਹ ਮਿਲੀ ਇਹਨਾਂ ਕਿ ਬੱਚੀ ਇਹਨਾਂ ਦੀ ਗੁੰਮ ਹੋ ਗਈ ਹੈ, ਸਾਡੇ ਹਮਸਾਏ ਨੇ ਬਿਲਕੁਲ ਸਾਹਮਣੇ ਘਰ, ਅਸੀਂ ਚਲੋ ਆਏ ਆ, ਵੇਖਿਆ ਚਾਕਿਆ, ਕੋਈ ਜਵਾਰ ਨਹੀਂ ਛੱਡੀ। ਪੁਲਿਸ ਮੈਂ ਬੁਲਾਈ ਹੈ ਮੌਕੇ ਦੇ ਉੱਤੇ, 15 ਦੇ ਕਾਲ ਕੀਤੀ ਹੈ, ਪੁਲਿਸ ਭੇਜ, SHO ਸਾਹਿਬ ਨੇ ਟੀਮਾਂ 2 ਭੇਜ ਛੜੀਆਂ ਨੇ। ਕੋਈ ਜਗ੍ਹਾ ਨਹੀਂ ਹਾਂ ਅਸੀਂ ਛੱਡੀ ਜੇ ਬਰਾਨ ਗਏ, ਜਵਾਰ ਤੱਕ ਸਾਰੀਆਂ ਫਰੋਲੀਆਂ ਨੇ, ਕਿਤੇ ਹੋਵੇ ਤਾਂ ਲੱਭੇ। ਤੇ ਉਸ ਤੋਂ ਬਾਅਦ ਫਿਰ SHO ਸਾਹਿਬ ਨੇ ਕਿਹਾ ਕਿ ਤੁਸੀਂ FIR ਕਰਾਓ। ਤਾਂ FIR ਜਾ ਕੇ ਕਰਾਈ ਹੈ। FIR ਕਰਾ ਕੇ ਆ ਕੇ ਜਦੋਂ ਕੈਮਰੇ ਵੇਖੇ ਨੇ ਤੇ ਇਹਨਾਂ ਦੇ ਘਰ ਵੀ ਖੁਦ ਮੌਜੂਦ ਨੇ ਕੈਮਰੇ। ਅੱਛਾ, ਲੱਗੇ ਨੇ ਇਹਨਾਂ ਦੇ ਘਰ ਵੀ? ਲੱਗੇ ਇਹਨਾਂ ਦੇ ਘਰ 3 ਕੈਮਰੇ ਲੱਗੇ ਨੇ। ਉਹ ਜਦੋਂ ਮੈਂ ਆ ਕੇ ਵੇਖੇ ਨੇ ਨਾ ਰਾਤ ਨੂੰ, ਮੈਂ ਕਿਹਾ ਉਹ ਯਾਰ ਦਰਿੰਦਾ ਕੌਣ? ਇਹਨਾਂ ਕਿਹਾ ਜੀ ਸਾਡਾ ਬਹਿਨ ਹੋਈ। ਇਹ ਕਹਿ ਰਿਹਾ ਕਿ ਭਾਈ ਜਾਨ। ਮੈਂ ਕਿਹਾ ਇਹ ਕੰਮ ਲਾ ਗਿਆ ਤੁਹਾਨੂੰ। ਇਹਨਾਂ ਨੂੰ ਯਕੀਨ ਨਹੀਂ ਆ ਰਿਹਾ। ਅੱਛਾ, ਇਹਨਾਂ ਨੂੰ ਯਕੀਨ ਨਹੀਂ ਆ ਰਿਹਾ। 1:30 ਵਜੇ ਮੈਂ ਅੱਛਾ, ਉਹ ਕੈਮਰੇ 'ਚ ਕੀ ਆ ਰਿਹਾ ਸੀ ਉਹ ਜਿਹੜਾ ਉਹਦੇ ਵਿੱਚ ਨਾ ਉਹ ਇਸ ਤਰ੍ਹਾਂ ਵਰਗਲਾ ਰਿਹਾ ਸੀ ਬੱਚੀ ਨੂੰ ਕਿ ਜਿਵੇਂ ਉਹ ਨਾ ਬਸ ਦਰਿੰਦਗੀ। ਤੁਸੀਂ ਉਹ ਵੇਖੋਗੇ ਨਾ ਕੈਮਰੇ, ਤੁਸੀਂ ਆਪ ਮਹਿਸੂਸ ਕਰ ਜਾਓਗੇ ਕਿ ਦਰਿੰਦਾ ਸਿਰਫ ਇਨਸਾਨ ਇੱਥੋਂ ਹੀ ਵਰਗਲਾ ਰਿਹਾ। ਮੈਂ ਜਦੋਂ ਇਹਨਾਂ ਕੈਮਰੇ ਵੇਖੇ ਨੇ, ਮੈਂ ਉਹਨੂੰ ਕਾਲ ਕਰਾਈ ਹੈ ਇਸ ਬੱਚੇ ਕੋਲੋਂ ਜ਼ਬਰਦਸਤੀ ਕਿ ਯਾਰ ਇਹਨੂੰ ਕਾਲ ਤੇ ਕਰੋ ਤੁਸੀਂ। ਸਹੀ। ਉਹਨੂੰ ਇਹਨਾਂ ਕਾਲ ਕੀਤੀ, ਉਹਨੇ ਕਿਹਾ ਕਿਉਂ? ਮੈਨੂੰ ਤਾਂ ਪਤਾ ਹੀ, ਮੰਨੇ ਨਹੀਂ ਰਾਤ ਨੂੰ। ਅਗਲੇ ਦਿਨ ਬਕਾਇਦਾ ਅਗਲੇ ਦਿਨ ਫਿਰ ਲੱਭ ਰਿਹਾ ਨਾਲ ਲੱਗ ਕੇ ਨਾ, ਵਰਗਲਾ ਰਿਹਾ ਇਹਨਾਂ ਨੂੰ ਕਿ ਬੱਚਿਆਂ ਨੂੰ ਇੰਝ ਕਿਹਾ ਜੇ, ਉਹ ਕਿਹਾ ਜੇ। ਅੱਛਾ, ਨਾਲ ਲੱਭਦਾ ਵੀ ਰਿਹਾ? ਅਗਲੇ ਦਿਨ ਆ ਕੇ ਫਿਰ ਉਹ ਇਹਨਾਂ ਹਫ਼ਤੇ ਵਾਲੇ ਦਿਨ ਇਮਦਾਦ ਵੀ ਕਰ ਰਿਹਾ ਇਹਨਾਂ ਦੀ। ਅੱਛਾ। ਉਸ ਤੋਂ ਬਾਅਦ ਫਿਰ ਜਦੋਂ ਇਤਵਾਰ ਵਾਲੇ ਦਿਨ ਅਗਲੇ ਫੈਕਟਰੀ ਤੇ ਜਾ ਕੇ ਕੈਮਰੇ ਚੈੱਕ ਕੀਤੇ ਨੇ ਇਹਨਾਂ ਦਾ, ਉੱਥੋਂ ਫਿਰ ਸਾਨੂੰ ਸਾਰਾ ਵਾਅਦੇ ਹੋ ਗਿਆ ਕਿ ਇਹ ਦਰਿੰਦਾ ਵੇਖੋ ਬਿਠਾ ਕੇ ਲਈ ਜਾ ਰਿਹਾ। ਉਹ ਸਾਰੇ CCTV ਅੱਛਾ, ਉਹ CCTV ਚੋਂ ਨਹੀਂ ਹੈਗਾ ਸੀ ਕਿ ਨਾਲ ਲੈ ਕੇ ਗਿਆ? ਉਹ CCTV ਦੇ ਵਿੱਚ ਇਹਨਾਂ ਦੇ ਜਿਵੇਂ ਘਰ ਲੱਗੇ ਨੇ, ਉਹਦੇ ਵਿੱਚੋਂ ਇਹ ਕਿ ਉਹਨੂੰ ਇਸ਼ਾਰਾ ਕਰ ਰਿਹਾ ਕਿ ਅਗਾਂਹ ਚੱਲ, ਕੈਮਰਿਆਂ ਤੋਂ ਦੂਰ ਚੱਲ। ਉਹਨੂੰ ਪਤਾ ਕਿ ਮੈਂ ਕੈਮਰੇ ਦੇ ਥੱਲੇ ਖੜਾ। ਅੱਛਾ। ਉੱਥੋਂ ਉਹ ਦੂਰ ਲੈ ਗਿਆ। ਉੱਥੋਂ ਅੱਗੇ ਫਿਰ ਜਿੰਨੇ ਕੈਮਰੇ ਨੇ ਨਾ ਤੋੜ ਫੈਕਟਰੀ ਦੇ ਵੜਨ ਤੱਕ SHO ਸਾਹਿਬ ਨੇ 48 ਘੰਟੇ ਸਾਡੇ ਨਾਲ ਲੱਗ ਕੇ ਉਹ ਯਾਨੀ ਕਿ ਟਰੇਸ ਕੀਤਾ ਉਹਨੂੰ ਫੜਿਆ। ਫੜਨ ਤੋਂ ਬਾਅਦ ਵੀ ਜਾ ਕੇ ਕੈਮਰੇ ਵੇਖੇ ਨੇ ਸਾਰੇ, ਤੇ ਉਹ ਜਿੱਥੋਂ ਤੱਕ ਤੋੜ ਫੈਕਟਰੀ ਵੜਨ ਤੱਕ ਉਹਦੇ ਕੈਮਰਿਆਂ ਦੇ ਵਿੱਚ CCTV ਮੌਜੂਦ ਨੇ। ਉਹ ਨਾਲ ਲਿਜਾ ਰਿਹਾ, ਉਹ ਜਾ ਰਿਹਾ। ਫਿਰ ਜਦੋਂ ਅਸਾਂ ਉਹਨੂੰ ਜਾ ਕੇ ਫੈਕਟਰੀ ਤੋਂ ਫੜਿਆ, ਫਿਰ ਮੰਨ ਨਹੀਂ ਰਿਹਾ। ਫਿਰ ਉਹਨੂੰ ਆਹ ਕੈਮਰਿਆਂ ਦੀ ਤਸਵੀਰਾਂ ਵਾਹੀਆਂ ਨੇ, ਉਹਨੂੰ ਵੀਡੀਓ ਵਾਹੀਆਂ ਨੇ, ਉਹ ਫਿਰ ਮੰਨ ਗਿਆ। ਫਿਰ ਅੱਗੋਂ ਦਰਿੰਦਗੀ ਕਰ ਰਿਹਾ ਕਿ ਮੈਂ ਕਿਸੇ ਮਲੰਗ ਨੂੰ ਦਿੱਤੀ, ਉਹਨੂੰ ਚਾਹੀਦੀ ਸੀ, ਇੰਜੇ ਹੋਇਆ। ਫਿਰ ਉਸ ਤੋਂ ਬਾਅਦ ਉਹਦੀ ਹਲਕੀ ਜਿਹੀ ਤਫਤੀਸ਼ ਹੋਈ ਹੈ, ਤੇ ਉਸ ਤੋਂ ਬਾਅਦ ਫਿਰ ਮੰਨ ਗਿਆ ਕਿ ਮੈਂ ਨਾਲੇ ਦਵਾਈ ਸੁੱਟੀ ਹੈ। ਲੇਕਿਨ ਇਹਨਾਂ ਨੂੰ ਮੈਂ ਮਹਿਸੂਸ ਨਹੀਂ ਹੋਣ ਦਿੱਤਾ। ਰਾਤ ਦਾ ਟਾਈਮ ਸੀ ਕਿ ਮੈਂ ਕਿਹਾ ਹੁਣ ਇਹਨਾਂ ਦੇ ਕੀ ਬੀਤੇਗੀ।
ਇਹ ਮੇਰੇ ਨਾਲ ਆਇਆ ਰਾਤ ਨੂੰ 1:30 ਵਜੇ ਸਦਰ ਥਾਣੇ ਤੋਂ। ਮੈਂ ਉਦੋਂ ਤੱਕ ਵੀ ਇਹ ਪੂਰਾ ਉਮੀਦ ਸੀ ਕਿ ਮੈਂ ਬੱਚੀ ਸਾਨੂੰ ਜ਼ਿੰਦਾ ਲੱਭੇ ਮਿਲ ਜਾਏਗੀ। ਹਾਂ ਵਾਹ ਪੈਣਾ। ਅਗਲੇ ਦਿਨ ਫਿਰ ਜਦੋਂ ਅਸਾਂ ਆਪਰੇਸ਼ਨ ਕਰਾਉਣਾ ਸੀ ਨਾ, ਉਹਦੇ ਵਿੱਚੋਂ ਨਾਵੇ ਦੇ ਵਿੱਚੋਂ ਲੱਭਣੀ ਸੀ। ਮੈਂ ਫਿਰ ਸੋਚਿਆ ਸਵੇਰ ਦੇ ਟਾਈਮ ਕਿ ਮੈਂ ਕਿ ਇਸ ਬੱਚੇ ਨੂੰ ਤੇ ਇਹਦੀ ਹਮਸ਼ੀਰਾ ਨੂੰ ਜਿਹਦਾ ਉਹ ਖਾਵਾਂਦੇ, ਉਹਨੂੰ ਬੁਲਾ ਕੇ ਮੈਂ ਕਿਹਾ ਕੋਈ ਥੋੜ੍ਹਾ ਜਿਹਾ ਇਹਨਾਂ ਨੂੰ ਮੈਂਟਲੀ ਤੌਰ 'ਤੇ ਤਿਆਰ ਵੀ ਰੱਖਣਾ ਚਾਹੀਦਾ, ਕਿਉਂਕਿ ਇਹਨਾਂ ਦੇ ਘਰ ਕੁਝ ਘੰਟਿਆਂ ਬਾਅਦ ਜਾਂ ਮਿੰਟਾਂ ਬਾਅਦ ਲਾਸ਼ ਆਉਣ ਵਾਲੀ ਹੈ। ਬਿਲਕੁਲ। ਮੈਂ ਇਹਨਾਂ ਨੂੰ ਥੋੜ੍ਹੀ ਜਿਹੀ ਇਤਲਾਹ ਕੀਤੀ ਹੈ ਕਿ ਮੈਨੂੰ ਪਰਸੋਂ ਦਾ ਕਨਫਰਮ ਹੈ ਤੇ ਤੁਹਾਨੂੰ ਨਾ ਦੱਸ ਨਹੀਂ ਰਿਹਾ, SHO ਸਾਹਿਬ ਵੀ ਨਹੀਂ ਹਨ ਦੱਸ ਰਿਹਾ ਇਸ ਵਜ੍ਹਾ ਤੋਂ ਕਿ ਤੁਹਾਡੇ ਤੇ ਕੀ ਬੀਤੇਗੀ। ਉਹ ਇਸ ਵਾਸਤੇ ਫਿਰ ਇਹਨਾਂ ਨੂੰ ਦੱਸਿਆ। ਜਦੋਂ ਜਾ ਕੇ ਫਿਰ ਆਪਰੇਸ਼ਨ ਕਰਾਇਆ, ਫਿਰ ਉੱਥੋਂ ਲਾਸ਼ ਲੱਭੀ ਉਹਦੇ ਜਿੱਥੇ ਉਹਨੇ ਨਿਸ਼ਾਨਦੇਹੀ ਕੀਤੀ ਹੈ, ਉੱਥੋਂ ਫਿਰ ਲਾਸ਼ ਲੱਭੀ ਹੈ। ਫਿਰ ਉਹ ਜੋ ਵੀ ਤੁਹਾਡੇ ਸਾਹਮਣੇ ਮੈਂ ਬੜਾ ਹੀ ਅਫਸੋਸਨਾਕ ਜ਼ਿੰਦਗੀ ਦੀ ਇੰਤਹਾ ਹੈ ਸਰ। ਇਸ ਤੋਂ ਬਾਅਦ ਜੁਰਮ ਕੋਈ ਨਹੀਂ ਇਸ ਦੁਨੀਆ ਦੇ ਉੱਤੇ। ਇਹਨਾਂ ਦੇ ਘਰ ਦੇ ਵਿੱਚ ਰਹਿਣ ਵਾਲਾ ਉਹਨੂੰ ਇਹ ਸੀ ਕਿ ਮੇਰੇ ਤੇ ਕਿਹਦਾ ਇੰਨਾ ਸ਼ੱਕ ਹੀ ਨਹੀਂ ਕਰਨਾ, ਸਾਰੀ ਜ਼ਿੰਦਗੀ नहीं करना। नाजरीन, इस वक्त हम गुजरांवाले में मौजूद हैं। पुलिस की हिरासत में ऐसा दरिंदा सिफ्त मुलजिम है जिसने अपनी भतीजी को पहले दरिंदगी का निशाना बनाया, ज़्यादती का निशाना बनाया और उसके बाद उसे कत्ल कर दिया और उसकी लाश को गंदे नाले में फेंक दिया। पुलिस ने इसे कैसे गिरफ्तार किया, इसने ये घिनौना काम किस तरह से किया, खुद भी ये 2 बच्चों का बाप है, किस तरह इसमें इतनी हिम्मत आ गई कि इसने एक मासूम बच्ची को पहले ज़्यादती का निशाना बनाया और फिर उसे कत्ल कर दिया, ये इसी की ज़ुबानी आपको सुनाते हैं। हाँ भाई, की ना है जी सर, मेरा नाम आज़ाद अली है। कदों शादी हुई सी तेरी? जी मेरी शादी को माशाल्लाह 9 साल हो गए हैं। 9 साल हो गए हैं। की काम करना है? जी मैं सिल्वर का काम करना कित्थे? सारा ख्याली रोड ते बैंक वाले गले च। कदों तो कर रहे हैं? सर काफ़ी देर तो मैं कर रहा हाँ, 14-15 साल तो कर रहा मैं काम उत्थे। ਇੱਥੇ ਹੀ ਕਰ ਰਹੇ ਆ ਗੁਜਰਾਂਵਾਲੇ ਚ ਹੀ? हाँ जी। ਅੱਛਾ। ਤੇ ਆਪਣੇ ਘਰ ਰੱਖੀ ਸੀ ਬੀਵੀ ਕੁਛ ਦੇਰ? ਕਿੰਨੀ ਦੇਰ? शादी हुई सी ते काफ़ी देर 7-8 महीने 1 साल घर असी अपने रहे हैं। 1 ਸਾਲ ਆਪਣੇ ਘਰ ਰਹੇ ਹੋ, ਫਿਰ ਉਦੋਂ ਤੋਂ ਬਾਅਦ? ਉਸ ਬਸ ਉਹ ਸ਼ਾਦੀ ਤੋਂ ਬਾਅਦ ਲੜਾਈ ਝਗੜੇ ਨਹੀਂ ਸੀ ਮੁੱਕਦੇ ਆ ਮੇਰੀ ਬੇਗਮ ਦੇ ਮੇਰੀ ਵਾਲਦਾ ਦੇ। ਤੇ ਇਸ ਵਾਸਤੇ ਨਾ ਫਿਰ ਉਹ ਸਾਡੇ ਘਰਦਿਆਂ ਨੇ ਕਿਹਾ ਮੈਨੂੰ ਪੁੱਤਰ ਤੁਸੀਂ ਵੱਖਰੇ ਹੋ ਜਾਓ। ਅਸੀਂ ਵੱਖਰੇ ਹੋ ਗਏ। ਅਸੀਂ ਥੋੜ੍ਹੀ ਦੇਰ ਵੱਖਰੇ ਰਹੇ ਹਾਂ। ਫਿਰ ਸਾਡੇ ਸਸੁਰਾਲ ਵਾਲਿਆਂ ਨੇ ਕਿਹਾ ਸਾਡੇ ਕੋਲ ਜਗ੍ਹਾ ਹੈ, ਤੁਸੀਂ ਇੱਥੇ ਆਏ ਹੋ। ਉਹਨਾਂ ਨੇ ਤੈਨੂੰ ਰੱਖ ਲਿਆ ਬੀਵੀ ਸਮੇਤ? ਬੱਚਾ ਵੀ ਹੋ ਗਿਆ ਸੀ ਉਦੋਂ ਕਿ ਨਹੀਂ? ਬੱਚਾ ਆਇਆ ਸੀ ਉਦੋਂ ਇੱਕ ਬੱਚਾ। ਹੁਣ 2 ਬੱਚੇ ਹੀ ਤੇਰੇ? ਜੀ ਹੁਣ 2 ਬੱਚੇ ਨੇ, 2 ਬੱਚੇ ਮੇਰੇ। ਠੀਕ ਹੈ। ਕਿੰਨੇ ਅਰਸੇ ਤੋਂ ਇਹਨਾਂ ਦੇ ਨਾਲ ਰਹਿ ਰਹੇ? ਜੀ 8 ਸਾਲ ਤੋਂ ਰਹਿ ਰਿਹਾ ਮੈਂ। 8 ਸਾਲ ਤੋਂ ਰਹਿ ਰਹੇ ਆ। ਠੀਕ, ਮਤਲਬ ਚੰਗੀ ਤਰ੍ਹਾਂ ਉਹਨਾਂ ਨੇ ਪੁੱਤਰਾਂ ਦੀ ਤਰ੍ਹਾਂ ਰੱਖਿਆ ਸੀ ਤੈਨੂੰ? ਮੈਂ ਵੀ ਉਹਨਾਂ ਨੂੰ ਮਾਂ ਪਿਓ ਦੀ ਤਰ੍ਹਾਂ ਰੱਖਿਆ ਹੋਇਆ ਸੀ ਜੀ। नाज़रीन, आपने एक सुनी होगी बड़ी मशहूर कौल है कि जिस पर एहसान करो उसके शर से बचो, लेकिन ये दरिंदा सिफ्त मुलजिम ने तो ऐसा शर दिखाया है कि इसने उनकी मासूम बच्ची को ही हवस का निशाना बनाया और फिर मौत के घाट उतार दिया। ये शादीशुदा भी है। इसने ये सब कुछ कैसे किया, क्यों किया, इसकी ज़ुबानी जानने की कोशिश करते। वो तेरे ते एहसान किया उन्होंने, तेनों अपने घर रखिया। तेरे भी बच्चे ने, ਵੱਡੇ ਬੱਚੇ ਦੀ ਉਮਰ ਕਿੰਨੀ? जी 7 साल उम्र। 7 ਸਾਲ? ਜੀ ਛੋਟਾ ਬੇਟਾ ਘਰ ਖੇਡਦਾ ਪਿਆ ਸੀ, ਵੱਡਾ ਬਾਹਰ ਖੇਡਦਾ ਪਿਆ ਸੀ। ਉਹ ਵੱਡੇ ਨੂੰ ਲੱਭਿਆ ਤੇ ਮੈਂ ਉਹਨੂੰ ਕਿਹਾ ਮੈਂ ਪੁੱਤਰ ਮੈਂ ਹੁਣ ਘਰ ਚੱਲਾਂ ਵਾਂ। ਉਹ ਬੱਚਾ ਜ਼ਿੱਦ ਕਰ ਰਿਹਾ ਤੁਸੀਂ ਪਾਪਾ ਮੈਨੂੰ ਝੂਲਾ ਦਿਓ। ਮੈਂ ਕਿਹਾ ਪੁੱਤਰ ਮੈਂ ਲੇਟ ਹੋ ਗਿਆ, ਤੁਸੀਂ ਘਰ ਜਾਵੋ। ਇੰਨੀ ਗੱਲ ਕੀਤੀ, ਬੱਚਾ ਚਲਾ ਗਿਆ ਘਰ ਸਰ। ਠੀਕ ਹੈ। ਤੇ ਸਾਲੇ ਦੀ ਬੇਟੀ ਜਿਹੜੀ ਉਹ ਵੀ ਉੱਤੋਂ ਆ ਗਈ। ਉਹ ਕਹਿੰਦੀ ਮੈਨੂੰ ਪਾਪਾ ਜੀ ਝੂਟਾ ਦਿਓ। ਮੈਂ ਕਿਹਾ ਪੁੱਤਰ ਮੈਂ ਫੈਕਟਰੀ ਚੱਲਾਂ ਤੇ ਮੈਂ ਉਹਨੂੰ ਥੋੜ੍ਹੀ ਦੇਰ 'ਚ ਆਏ ਨਾ ਫਿਰ ਮੈਂ ਤੁਹਾਨੂੰ ਝੂਲਾ ਦੇ ਦੇਵਾਂਗਾ। ਉਹਨਾਂ ਕਹਿੰਦੀ ਨਹੀਂ ਜ਼ਿੱਦ, ਮਤਲਬ ਬੱਚੀ ਜ਼ਿੱਦ ਕਰਨ ਲੱਗ ਪਈ ਮੈਨੂੰ ਝੂਲਾ ਦੇਵੋ। ਫਿਰ ਮੈਂ ਸੋਚਿਆ, ਮੈਂ ਕਿਹਾ ਥੋੜ੍ਹੀ ਦੇਰ ਦਾ ਤਾਂ ਕੰਮ ਹੈ, ਮੈਂ ਕਿਹਾ ਅੱਧੇ ਘੰਟੇ ਦਾ ਕੰਮ ਹੋਣਾ, ਮੈਂ ਤਾਲੇ ਮਾਰ ਕੇ ਮੈਂ ਵਾਪਸੀ ਆ ਜਾਣਾ। ਠੀਕ ਹੈ ਸਰ। ਉਸ ਦਿਨ ਕੁਛ ਮੈਂ ਘਰੋਂ ਨਿਕਲਿਆ ਨਹੀਂ ਸਾਂ ਸਰ। ਅਤੇ ਉਸ ਦਿਨ ਮੈਂ ਗੋਲੀਆਂ ਕੋਈ ਨਸ਼ੇ ਵਾਲੀ ਨਾ ਮੈਂ ਖਾਧੀ ਹੋਈਆਂ ਸਨ। ਉਹ ਬਸ ਵੇਖੋ ਵੇਖੀ ਜੀ ਬਈ ਇਹਦਾ ਨਸ਼ਾ ਹੁੰਦਾ। ਉਹ ਜ਼ਿੰਦਗੀ 'ਚ ਵੈਸੇ ਮੈਂ ਨਸ਼ਾ ਕਰਨਾ ਨਹੀਂ ਸਵਾਰਤਾ। ਉਸ ਦਿਨ ਮੈਂ ਨਸ਼ਾ ਕੀਤਾ ਹੋਇਆ ਸੀ ਸਰ। ਕਿਹੜੀ ਗੋਲੀਆਂ ਖਾਧੀਆਂ ਸੀ ਸਰ? ਉਹਨੂੰ ਕਹਿੰਦੇ ਨੇ 81 ਦੀ ਗੋਲੀ ਕਹਿੰਦੇ ਨੇ। ਵੈਸੇ 81 ਦੀ ਗੋਲੀ ਤੇ ਨੀਂਦ ਆਉਂਦੀ ਉਹਦੇ ਨਾਲ? ਫਿਰ ਨੀਂਦ ਆਉਂਦੀ, ਲੇਕਿਨ ਮੈਨੂੰ ਸਰ ਨਸ਼ਾ ਹੋਇਆ ਸੀ ਉਹਦੇ ਨਾਲ। ਜੈਸੇ ਉਹ ਜਿਸ ਤਰ੍ਹਾਂ ਮੈਂ ਬਾਈਕ ਚਲਾਉਂਦਾ ਗਿਆ ਨਾ। ਤੇ ਕਿਉਂ ਖਾਧੀਆਂ ਸੀ ਉਹ ਗੋਲੀਆਂ ਅਗਰ ਤੂੰ ਖਾਂਦਾ ਨਹੀਂ ਤੇ? ਸਰ ਐ ਵੀ ਬਸ ਦਿਲ ਕਰ ਗਿਆ ਵੀ ਮੈਂ ਖਾ ਲਈ ਗੋਲੀ। ਕਿੰਨੀ? ਸਰ 4 ਗੋਲੀਆਂ ਸਨ ਜੀ। ਖੁਦਕੁਸ਼ੀ ਕਰਨ ਲੱਗਾ ਸੀ ਤੂੰ? ਨਹੀਂ ਸਰ। ਉਹ ਸਰ ਮੈਂ ਵੈਸੇ ਮੁੰਡਿਆਂ ਦੀ ਗੱਲਾਂ ਜਾਣ ਕੇ ਜੀ ਇਹਦਾ ਇੰਝ ਨਸ਼ਾ ਹੁੰਦਾ ਹੈ, ਨੀਂਦ ਵੀ ਆਉਂਦੀ ਹੈ ਅਤੇ ਇੰਝ ਨਸ਼ਾ ਵੀ ਹੁੰਦਾ ਹੈ।
ਸਰ ਕੁਛ ਉਹ ਮੈਂ ਕੀਤਾ ਉਹ ਮੈਂ ਇਹ ਤਾਂ ਡਰਾਮੇਬਾਜ਼ੀ ਕਰ ਰਹੇ ਆ। ਅੱਛਾ ਫਿਰ ਅੱਗੇ? ਸਰ ਮੈਂ ਮਤਲਬ ਫਿਰੋਜ਼ਾਲਾ ਪੁਲ ਕਿੱਥੇ ਆ ਤੇ ਖਿਆਲੀ ਰੋਡ, ਠੀਕ ਹੈ। ਇਸ ਦੌਰਾਨ ਦੇ ਵਿੱਚ ਵੀ ਜੀ ਨਾ ਮਤਲਬ ਕਿ ਮੈਨੂੰ ਨਾ ਦਿਮਾਗ ਨੂੰ ਨਾ ਜਿਵੇਂ ਨੀਂਦਰ ਆਉਣ ਲੱਗ ਪਈ, ਇੰਝ ਦਾ ਸਕੂਨ ਮੈਨੂੰ ਆਉਂਦਾ ਪਿਆ ਸੀ ਸਰ। ਤੇ ਮੈਂ ਫੈਕਟਰੀ ਚਲਾ ਗਿਆ, ਮੈਂ ਫੈਕਟਰੀ ਗਿਆ, ਮੈਂ ਵੇਖਿਆ ਜਾ ਕੇ ਬਾਹਰੋਂ ਤਾਲਾ ਲੱਗਾ ਹੋਇਆ ਹੈ। ਕੱਲਾ ਚਲਾ ਗਿਆ ਫੈਕਟਰੀ? ਨਹੀਂ, ਬੱਚੀ ਨਾਲ ਸੀ ਸਰ। ਬੱਚੀ ਬਹਾ ਲਈ ਉਹ ਨਾਲ? ਬੱਚੀ ਨਾਲ ਸੀ। ਮੈਂ ਕਿਹਾ ਚਲੋ ਮੇਰਾ ਅੱਧੇ ਘੰਟੇ। ਕਿੰਨੀ ਉਮਰ ਹੈ ਉਹਦੀ? ਬੱਚੀ ਸਰ 9-10 ਸਾਲ, 10 ਸਾਲ ਹੋਏਗੀ, 9 ਸਾਲ ਹੋਏਗੀ ਸਰ। 7 ਸਾਲ ਉਮਰ ਹੈ ਉਹਦੀ? ਜੀ ਸਰ ਇੰਨੀ ਲਗਾ ਲਓ, ਇੰਨੀ ਹੋਏਗੀ ਸਰ। ਤੇ ਉਹ ਮੈਂ ਸਰ ਫੈਕਟਰੀ ਗਿਆ ਤੇ ਫੈਕਟਰੀ ਵੇਖਿਆ ਕਿ ਤਾਲਾ ਲੱਗਾ ਹੋਇਆ ਸੀ। ਉਹ ਅਗਲੇ ਦਿਨ ਪਤਾ ਲੱਗਾ ਕਿ ਉਹਨਾਂ ਦੇ ਕੁਛ ਕੰਮ ਦੀ ਖਰਾਬੀ ਦੀ ਵਜ੍ਹਾ ਤੋਂ ਉਹਨਾਂ ਦਾ ਕੰਮ ਜਿਹੜਾ ਮਤਲਬ 3 ਵਜੇ ਮੁੱਕਣਾ ਸੀ, ਮਤਲਬ ਜਲਦੀ ਖ਼ਤਮ ਕਰਕੇ ਉਹ ਚਲੇ ਗਏ ਜੀ ਸਰ। ਉਸ ਤੋਂ ਬਾਅਦ ਫਿਰ ਉਹ ਉੱਥੇ ਨਾ ਮੈਂ ਮਤਲਬ ਸਿਗਰਟ, ਮੈਂ ਉੱਥੇ ਫੈਕਟਰੀ ਜਾ ਕੇ ਫਿਰ ਮੈਂ ਸਿਗਰਟ ਵੀ ਪੀਤਾ ਸਰ। ਫੈਕਟਰੀ ਦੇ ਵਿੱਚ ਤਾਲਾ ਲੱਗਾ ਹੈ? ਜੀ, ਚਾਬੀ ਮੇਰੇ ਕੋਲ ਸਰ। ਚਾਬੀਆਂ ਤੇਰੇ ਕੋਲ ਹੈ? ਖੋਲ ਲਿਆ ਤਾਲਾ? ਜੀ, ਤਾਲਾ ਮੈਂ ਖੋਲ੍ਹਿਆ। ਮੈਂ ਕਿਹਾ ਚਲੋ ਲਾਈਟਾਂ ਬਲਣ ਡੀਆਂ, ਕੁਛ ਮੈਂ ਲਾਈਟਾਂ ਬੰਦ ਕਰਨਾ, ਮੋਟਰਾਂ ਬੰਦ ਕਰ ਦੇਣਾ ਮੈਂ, ਠੀਕ ਹੈ। ਨਾਲੇ ਮੇਰੇ ਜ਼ਿਹਨ 'ਚ ਇਹ ਵੀ ਚੀਜ਼ ਸੀ, ਮੈਂ ਕਿਹਾ ਚਲੋ ਫੈਕਟਰੀ ਸਿਗਰਟ ਪਿਆ, ਮੈਂ ਕਿਹਾ ਚਲੋ ਉਹ ਵੀ ਸਿਗਰਟ ਮੈਂ ਕਿਹਾ ਪੀ ਕੇ ਤੇ ਫਿਰ ਮੈਂ ਕਿਹਾ ਚਲੋ ਆਪਣਾ ਤਾਲੇ ਮਾਰ ਕੇ ਮੈਂ ਵਾਪਸੀ ਘਰ ਚਲਾ ਜਾਵਾਂਗਾ। ਸਿਗਰਟ ਪੀਣਾ ਰਹਿਣਾ? ਨਹੀਂ, ਮੈਂ ਪਹਿਲੀ ਫਸਟ ਟਾਈਮ ਪੀਤਾ ਸੀ। ਮੈਂ ਸਿਰਫ ਉਹਨੂੰ ਸਵਾਰ ਰੱਖਣਾ ਸ਼ੁਰੂ ਤੋਂ। ਅੱਛਾ, ਉਸੇ ਦਿਨ ਸਾਰੇ ਨਸ਼ੇ ਤੋਂ ਟਰਾਈ ਕਰ ਰਹੇ ਆ? ਨਹੀਂ, ਉਹ ਸਰ ਉਹ ਹੈ ਨਾ ਕਿ ਉਹ ਮਤਲਬ ਇੱਕ ਮੁੰਡੇ ਕੋਲ ਜੇ ਲਏ ਸਨ ਤਾਂ ਮੈਂ ਕਿਹਾ ਚਲੋ ਹੈ ਨਾ, ਮੈਂ ਜੁਮੇ ਦਿਨ ਸ਼ਾਮ ਨੂੰ ਮਾਰ ਕੇ ਨਾ ਮੈਂ ਕਿਹਾ ਚਲੋ ਅਗਲੇ ਦਿਨ ਹਫਤੇ ਨੂੰ ਕੰਮ ਤੇ ਲੱਗਣਾ ਹੈ ਤੇ ਜੁਮੇ ਦਿਨ ਮੈਂ ਕਿਹਾ ਮੈਂ ਫਾਰਗ ਹੋਣਾ ਤੇ ਮੈਂ ਕਿਹਾ ਜੁਮੇ ਦਿਨ ਮੈਂ ਪੀਆਂਗਾ ਸਰ। ਅੱਛਾ, ਬੱਚੀ ਨਾਲ ਹੀ ਸੀ? ਜੀ, ਉਸ ਦਿਨ ਬੱਚੀ ਨਾਲ ਸੀ। ਸਿਗਰਟ ਲਾ ਲਈ? ਜੀ, ਉਹ ਸਿਗਰਟ ਮੈਂ ਲਾ ਲਿਆ ਤੇ ਉਹ ਨਾ ਮੇਰੇ ਬਹੂ ਦਾ ਫੋਨ ਆ ਗਿਆ ਕਿ ਤੂੰ ਮੈਨੂੰ ਪੁੱਛਦੇ ਨੇ ਪੁੱਤਰ ਤੂੰ ਕਿੱਥੇ ਆ। ਮੈਂ ਕਿਹਾ ਜੀ ਮੈਂ ਫੈਕਟਰੀ ਪਹੁੰਚ ਗਿਆ ਤੇ ਲੇਕਿਨ ਇੰਜਨ ਜੋ ਉਹ ਤੇ ਚਲੇ ਗਏ ਸਨ। ਮੈਨੂੰ ਆਉਂਦੇ ਨੇ ਅੱਛਾ ਇੱਥੇ ਮੇਰੀ ਚੈੱਕ ਬੁੱਕਾਂ ਪਈਆਂ ਨੇ ਤੇ ਉਹ ਨਾ ਤੂੰ ਮੈਨੂੰ ਨਾ ਚੈੱਕ ਬੁੱਕਾਂ ਘਰ ਪਹੁੰਚਾ ਦੇ। ਚੈੱਕ ਬੁੱਕ ਇੱਕ ਉਹਨਾਂ ਨੂੰ ਚਾਹੀਦੀ ਸੀ ਲੇਕਿਨ ਮੈਨੂੰ ਨਹੀਂ ਸਮਝ ਆਈ ਉਹਨਾਂ ਨੇ ਕਿਹੜੀ ਮੰਗੀ ਹੈ। ਮੈਂ ਸਾਰੀਆਂ 5-6 ਹੈ ਸਨ ਚੈੱਕ ਬੁੱਕਾਂ, ਉਹ ਮੈਂ ਫੜੀਆਂ ਤੇ ਮੈਂ ਉਹਨਾਂ ਦੇ ਘਰ ਦੇ ਆਇਆ। ਉਹਨਾਂ ਨੇ ਇੱਕ ਲਈ ਤੇ ਬਾਕੀ ਮੈਨੂੰ ਉਹਨਾਂ ਨੇ ਦਿੱਤੀਆਂ। ਤੇ ਉਸ ਟਾਈਮ ਬੱਚੇ ਅਕਸਰ ਪਹਿਲੇ ਵੀ ਸਰ ਜਦੋਂ ਵੀ ਮੈਨੂੰ ਥੋੜ੍ਹੀ ਦੇਰ ਦਾ ਕੰਮ ਹੋਣਾ ਨਾ ਤੇ ਬੱਚਿਆਂ ਨੇ ਜ਼ਿੱਦ ਕਰਨਾ, ਮੈਂ ਬੱਚਿਆਂ ਨੂੰ ਆਪਣੇ ਬੇਟਿਆਂ ਨੂੰ ਵੀ ਸਾਰੇ ਦੇ ਬੱਚਿਆਂ ਨੂੰ ਵੀ ਮਤਲਬ ਕਿ 3-4 ਬੱਚੇ ਮਗਰ ਹੋਏ ਨੇ, ਮੈਂ ਬਿਠਾ ਕੇ ਲਾਏ ਨਾ ਕਿ ਚਲੋ ਉਹਨਾਂ ਦੇ ਮੇਰੇ ਵੀ ਕਹਿੰਦੇ ਸਨ ਘਰ ਦੇ ਉਹਨਾਂ ਉਹ ਇਹ ਕਹਾਣੀ ਨਹੀਂ ਸੁਣਾਣੀ। ਉਹ ਬੱਚੀ ਕਿੱਥੇ ਹੀ? ਚੈੱਕ ਬੁੱਕਾਂ ਤੇ ਲੈ ਗਏ ਆ ਤੂੰ, ਬੱਚੀ ਕਿੱਥੇ ਹੀ? ਜੀ, ਉਸ ਟਾਈਮ ਫਿਰ ਉਸ ਬੱਚੀ ਨੂੰ ਮਤਲਬ ਕਿ ਕਾਰਟੂਨ ਵੇਖ ਰਹੀ ਹੈ, ਮੈਂ ਬੱਚੀ ਨੂੰ ਤੇ ਮਤਲਬ ਫੈਕਟਰੀ ਬਿਠਾ ਕੇ ਮੈਂ ਚਲਾ ਗਿਆ। ਮੈਂ ਚਲੋ ਮੈਂ ਵਾਪਸੀ ਆਈ ਨਾ ਕਿਉਂਕਿ ਮੈਂ ਘਰੋਂ ਵੀ ਜਦੋਂ ਆਇਆ ਸੀ ਨਾ ਮੈਂ ਕਿਹਾ ਗੱਡੀ ਮੇਰੇ ਕੋਲ ਸਹੀ ਨਹੀਂ ਸੀ ਚੱਲ ਰਹੀ, ਮੈਂ ਕਿਹਾ ਕਿਤੇ ਗੱਡੀ ਠੁੱਕ ਜਾਏਗੀ ਮਗਰ ਬੱਚੀ ਵੀ ਨਾਲ ਬੈਠੀ ਹੋਏਗੀ। ਮੈਂ ਵਾਪਸੀ ਆਇਆ ਫੈਕਟਰੀ ਆ, ਮੈਂ ਕਿਹਾ ਸਰ ਮੈਂ ਨਾ ਫਿਰ ਵਾਪਸੀ ਆਣ ਕੇ ਮੈਂ ਸਿਗਰਟ ਪੀਤਾ ਸਰ, ਠੀਕ ਹੈ ਸਰ। ਉਹ ਸਿਗਰਟ ਮਤਲਬ ਕਿ ਸਾਰਾ ਖਤਮ ਹੋ ਗਿਆ ਤੇ ਉਹ ਲੇਕਿਨ ਉਹ ਮੈਨੂੰ ਵੀ ਉਹਨੇ ਨਾ ਸਹੀ ਜਿਮ ਨਸ਼ਾ ਕਹਿੰਦੇ ਨੇ ਸਹੀ ਨਸ਼ਾ ਉਹਨੇ ਮੈਨੂੰ ਦੇ ਦਿੱਤਾ ਸਿਗਰਟ ਨੇ ਵੀ। ਕੀ ਸਹੀ ਨਸ਼ਾ ਦਿੱਤਾ ਤੈਨੂੰ ਉਹਨੇ? ਜੀ ਸਰ ਉਹ ਹੈ ਹੀ ਕਿ ਮਤਲਬ ਕਿ ਅੱਖਾਂ ਨਹੀਂ ਸਹੀ ਖੁੱਲ੍ਹਦੀਆਂ ਤੇ ਉਹ ਇੰਝ ਦਿਮਾਗ ਬਸ ਬੰਦ ਸੁਣ ਰਹਿੰਦਾ ਸਰ ਬੰਦੇ ਦਾ ਜੀ। ਤੇ ਉਸ ਦੌਰਾਨ ਫਿਰ ਉਹ ਬੱਚੀ ਜ਼ਿੱਦ ਕਰ ਰਹੀ ਘਰ ਜਾਣ ਵਾਸਤੇ। ਮੈਂ ਬੱਚੀ ਨੂੰ ਕਿਹਾ, ਮੈਂ ਕਿਹਾ ਪੁੱਤਰ ਜਾਂਦੇ ਆ, ਮੈਂ ਕਿਹਾ ਸਿਗਰਟ ਖਤਮ ਹੁੰਦਾ, ਮੈਂ ਕਿਹਾ ਹੋਰ ਸਾਡਾ ਕੋਈ ਕੰਮ ਨਹੀਂ। ਸਾਹਮਣੇ ਪੀ ਰਿਹਾ ਸੀ ਬੱਚੀ ਦੇ ਚਰਸਾਲਾ ਸਿਗਰਟ? ਜੀ, ਬੱਚੀ ਦੇ ਸਾਹਮਣੇ ਪੀ ਰਿਹਾ ਸੀ ਜੀ। ਤੇ ਉਹ ਤੇ ਸ਼ੈਤਾਨ ਨੁਮਾ ਦਰਿੰਦੇ ਸ਼ੈਤਾਨ ਇਹ ਬੱਚੀ ਦੇ ਸਾਹਮਣੇ ਚਰਸਾਲਾ ਸਿਗਰਟ ਨਸ਼ਾ ਕਰ ਰਹੇ ਆ, ਤੂੰ ਇਹ ਕੀ ਕਰ ਰਹੇ ਆ ਮਤਲਬ? ਅੱਛਾ ਅੱਗੇ ਕਾਰਵਾਈ ਦੱਸ ਫਿਰ। ਜੀ ਸਰ, ਬੱਚੀ ਉਸ ਟਾਈਮ ਜ਼ਿੱਦ ਕਰ ਰਹੀ ਸੀ ਮਤਲਬ ਕਿ ਸਿਗਰਟ ਵੀ ਮੈਂ ਸਾਰਾ ਨਹੀਂ ਸੀ ਪੂਰਾ ਪੀਤਾ ਗਿਆ ਨਹੀਂ ਸੀ ਸਾਰਾ ਪੀਤਾ ਗਿਆ ਤੇ ਬੱਚੀ ਜ਼ਿੱਦ ਕਰ ਰਹੀ ਸੀ। ਤੇ ਮੈਂ ਬੱਚੀ ਨੂੰ ਮੈਂ ਕਿਹਾ ਕੁਛ ਮੈਨੂੰ ਨਾ ਥੋੜ੍ਹਾ ਕੋਈ ਅਸਰ ਹੋ ਗਿਆ ਸੀ ਸਿਗਰਟ ਦਾ। ਮੈਂ ਬੱਚੀ ਨੂੰ ਡਾਂਟਿਆ ਵੀ, ਪਿਆਰ ਨਾਲ ਵੀ ਸਮਝਾਇਆ, ਗੁੱਸੇ ਨਾਲ ਵੀ ਸਮਝਾਇਆ। ਮੈਂ ਕਿਹਾ ਪੁੱਤਰ ਸਿਰਫ 5 ਮਿੰਟ ਬੇਟਾ ਮੈਂ ਕਿਹਾ ਚੱਲ ਜਾਂਦੇ ਹਾਂ ਵਾਪਸ ਟੁੱਟ ਜਾਂਦੇ ਹਾਂ ਘਰ, ਸਿਗਰਟ ਮੁੱਕਦਾ। ਤੇ ਕੀ ਅਸਰ ਹੋਇਆ ਸੀ? ਜੀ, ਇਹਦਾ ਅਸਰ ਸਾਰਾ ਇਹ ਹੈ ਕਿ ਮਤਲਬ ਕਿ ਇਹ ਵੈਸੇ ਕਹਿੰਦੇ ਨੇ ਕਿ ਲਗਾਤਾਰ ਜਿਹੜਾ ਪੀਂਦਾ ਰਹੇ ਤਾਂ ਉਹਨੂੰ ਕੁਛ ਨਹੀਂ ਹੁੰਦਾ। ਮੇਰਾ ਪਹਿਲੀ ਵਾਰੀ ਪੀਏ ਤੇ ਉਹਨੂੰ ਮਤਲਬ ਨਸ਼ਾ ਹੁੰਦਾ ਸਰ। ਨਸ਼ਾ ਨਹੀਂ ਹੁੰਦਾ ਮਤਲਬ ਕਿ ਜਿਵੇਂ ਸ਼ਰਾਬ ਦਾ ਨਸ਼ਾ ਲਾ ਲਓ ਜੀ ਸਰ। ਤੇ ਮਤਲਬ ਇੰਨੀ ਦੇਰ ਮਤਲਬ ਕਿ ਬੱਚੀ ਜ਼ਿੱਦ ਕਰ ਰਹੀ ਹੈ ਤੇ ਬੱਚੀ ਘਰ ਜਾਣ ਨੂੰ ਕਹਿ ਰਹੀ ਹੈ। ਮੈਂ ਬੱਚੀ ਨੂੰ ਪਿਆਰ ਨਾਲ ਵੀ ਸਮਝਾਇਆ ਤੇ ਮਤਲਬ ਗੁੱਸੇ ਨਾਲ ਵੀ ਸਮਝਾਇਆ। ਬੱਚੀ ਨੇ ਮਤਲਬ ਜਦੋਂ ਮੈਂ ਸਰ ਬੱਚੀ ਨੂੰ ਸਮਝਾ ਰਿਹਾ ਨਾ ਤੇ ਮੈਨੂੰ ਸਰ ਨਸ਼ਾ ਹੋ ਗਿਆ ਹੋਇਆ ਸੀ ਨਾ ਸਿਗਰਟ ਦਾ। ਤੇ ਮੈਂ ਬੱਚੀ ਨੂੰ ਇਹੀ ਕਹਿ ਰਿਹਾ ਸਾਂ ਪੁੱਤਰ ਸਿਰਫ ਮੁੱਕ ਚੱਲਾ ਫਿਰ ਘਰ ਟੁੱਟ ਜਾਂਦੇ ਆ, ਮੁੱਕ ਚੱਲਾ ਘਰ ਟੁੱਟ ਜਾਂਦੇ ਆ, ਠੀਕ ਹੈ ਸਰ। ਤੋ ਬੱਚੀ ਚੁੱਪ ਕਰ ਜੇ ਫਿਰ ਬੱਚੀ ਸਰ ਰੋਣਾ ਸ਼ੁਰੂ ਹੋ ਜਾਵੇ ਸਰ। ਮੈਂ ਫਿਰ ਬੱਚੀ ਨੂੰ ਨਾ ਮਤਲਬ ਥੱਪੜ ਵੀ ਮਾਰਿਆ। ਮੈਂ ਕਿਹਾ ਟੁੱਟ ਜਾਂਦੇ ਆ ਘਰ। ਮੈਂ ਬੱਚੀ ਦਾ
ਮੂੰਹ ਵੀ ਦਬਾਇਆ ਸਰ ਕਿ ਬੱਚੀ ਖਾਮੋਸ਼ ਹੋਈ ਹੋਵੇ, ਸਿਰਫ ਥੋੜਾ ਕੋਈ ਸਿਗਰਟ ਰਹਿ ਗਿਆ ਤੇ ਸਾਰਾ ਪੀ ਕੇ ਨਾ ਫਿਰ ਚਲੇ ਜਾਵਾਂਗੇ ਘਰ। ਠੀਕ ਹੈ, ਉਸ ਦੌਰਾਨ ਸਰ ਮੈਂ ਉਹਦਾ ਮੂੰਹ ਵੀ ਦਬਾਇਆ। ਉਸ ਤੋਂ ਬਾਅਦ ਮਤਲਬ ਕਿ ਮੈਂ ਜਦੋਂ ਉਹਦਾ ਗਲਾ ਦਬਾਇਆ, ਮੂੰਹ ਦਬਾਇਆ, ਮੈਨੂੰ ਇੰਨੀ ਹੋਸ਼ ਨਹੀਂ ਕਿ ਮੈਂ ਇਹਦਾ ਮੂੰਹ ਦਬਾ ਰਿਹਾ, ਮੈਂ ਗਲਾ ਦਬਾ ਰਿਹਾ, ਕਿਉਂ ਦਬਾ ਰਿਹਾ ਸਰ। ਠੀਕ ਹੈ ਸਰ, ਉਹ ਗਲਾ ਦਬਾਉਣ ਦੇ ਦੌਰਾਨ ਤੇ ਮੂੰਹ ਦਬਾਉਣ ਦੇ ਦੌਰਾਨ ਨਾ ਉਹ ਬੱਚੀ ਨਾ ਮਤਲਬ ਦੋਵੇਂ ਹੱਥਾਂ ਨਾਲ ਨਾ ਸਰ ਮੈਂ ਗਲਾ ਵੀ ਦਬਾਇਆ ਤੇ ਮੂੰਹ ਵੀ ਦਬਾਇਆ। ਮੈਂ ਕਿਹਾ ਖਾਮੋਸ਼ ਹੋ ਜਾ, ਹੁਣੇ ਚੱਲ ਜਾਂਦੇ ਆ ਘਰ। ਸਰ ਉਹ ਤਕਰੀਬਨ 4 ਮਿੰਟ 5 ਮਿੰਟ ਸਰ ਲੱਗੇ ਹੋਣਗੇ ਕਿ ਬੱਚੀ ਮਤਲਬ ਆਪਣਾ ਬੱਚੀ ਨੇ ਛੱਡ ਦਿੱਤਾ, ਮਤਲਬ ਬੱਚੀ ਨੇ ਦੁਬਾਰਾ ਸਾਹ ਨਹੀਂ ਲਿਆ। ਕਹਾਣੀ ਸੁਣਾਈ ਜਾ ਰਹੇ ਆ। ਬੱਚੀ ਨਾਲ ਪਹਿਲੇ ਤੂੰ ਜ਼ਿਆਦਤੀ ਕੀਤੀ, ਉਹ ਕਿੱਥੇ ਹੀ? ਸਰ ਬਾਅਦ 'ਚ ਸਰ ਜ਼ਿਆਦਤੀ ਬਾਅਦ 'ਚ ਹੋਈ ਬੱਚੀ ਨਾਲ, ਪਹਿਲਾਂ ਨਹੀਂ ਹੋਈ, ਬਾਅਦ 'ਚ ਹੋਈ ਹੈ। ਮਤਲਬ ਕਿ ਜਦੋਂ ਵੇਖਿਆ ਨਾ ਬੱਚੀ ਸਾਹ ਨਹੀਂ ਲੈ ਰਹੀ, ਮੈਂ ਨੱਕ ਤੋਂ ਵੀ ਸਾਹ ਚੈੱਕ ਕੀਤਾ, ਇੰਝ ਹੱਥ ਲਗਾ ਕੇ ਸਾਹ ਨਹੀਂ ਲੈ ਰਹੀ ਬੱਚੀ, ਆਪਣਾ ਹੱਥ ਛੋੜ ਗਈ ਆਪਣਾ। ਠੀਕ ਹੈ, ਉਸ ਤੋਂ ਬਾਅਦ ਮੈਂ ਬੱਚੀ ਨੂੰ ਫਿਰ ਉੱਥੇ ਪਈ ਹੋਈ ਹੈ ਤੇ ਮੈਂ ਬੱਚੀ ਦੇ ਸਾਹਮਣੇ ਇੰਝ ਮਤਲਬ ਜ਼ਮੀਨ 'ਤੇ ਮੈਂ ਬੈਠ ਗਿਆ ਤੇ ਮੈਂ ਬੱਚੀ ਵੱਲ ਕਾਫੀ ਦੇਰ ਵੇਖਦਾ ਰਿਹਾ। ਮੈਂ ਤੇ ਨਾਲ ਮਤਲਬ ਕਿ ਜਿਵੇਂ ਬੰਦੇ ਨੂੰ ਪਛਤਾਵਾ ਹੁੰਦਾ ਹੈ, ਡਰ ਜਾਂਦਾ ਬੰਦਾ, ਸਾਰੇ ਇਸ ਤਰ੍ਹਾਂ ਹੋਇਆ ਮੇਰੇ ਨਾਲ ਸੀਨ ਹੈ। ਡਰ ਗਿਆ ਜੀ। ਫਿਰ ਡਰ ਕੇ ਕੀ ਕੀਤਾ? ਸਰ ਉਹ ਮੈਂ ਫਿਰ ਨਾ ਕਾਫੀ ਦੇਰ ਨਾ ਬੱਚੀ ਉੱਥੇ ਪਈ ਰਹੀ ਹੈ ਸਰ। ਠੀਕ ਹੈ, ਉਸ ਤੋਂ ਬਾਅਦ ਸਰ ਕੋਈ 10-20 ਮਿੰਟ ਲੰਘੇ ਹੋਣਗੇ ਸਰ, ਫਿਰ ਸਰ ਜ਼ਿਹਨ 'ਚ ਸ਼ੈਤਾਨ ਆਇਆ ਸਰ। ਕੀ ਆਇਆ ਸ਼ੈਤਾਨ ਡਰ ਕੇ? ਕਿ ਸਰ ਜ਼ਿਆਦਤੀ ਕੀਤੀ, ਲੇਕਿਨ ਕਿ ਜ਼ਿਆਦਤੀ ਇੰਝ ਨਹੀਂ ਸਰ ਇਹ ਕੀਤਾ ਕਿ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਫਿਰ ਮੈਂ ਬਾਜ਼ ਆ ਗਿਆ ਮੈਂ। ਉਹਨੇ ਫਿਰ ਮਜ਼ਾਮਤ ਕੀਤੀ ਹੋਏਗੀ ਜੀ ਸਰ। ਜੀ ਨੇ ਰੋਕ ਲਿਆ ਆਪਣੇ ਆਪ? ਨਹੀਂ ਸੀ ਹੈ ਬੱਚੀ ਸਾਹ ਨਹੀਂ ਸੀ ਹੈ ਸਰ, ਬੱਚੀ ਸਾਹ ਨਹੀਂ ਸੀ ਹੈ ਉਦੋਂ। ਇਹ ਜਿਹੜੇ ਸਾਹਿਬ ਨੇ ਜਿਹੜੇ ਨੇ ਤੈਨੂੰ ਫੜਿਆ ਐਸ ਪੁਲਿਸ ਨੇ, ਉਹ ਝੂਠ ਬੋਲਦੇ ਨੇ? ਨਹੀਂ ਸਰ, ਹਾਂ, ਉਹਨਾਂ ਨੂੰ ਵੀ ਮੈਂ ਹੀ ਕਿਹਾ ਸੀ। ਉਹਨਾਂ ਨੂੰ ਤੂੰ ਜਿਹੜੀ ਕਹਾਣੀ ਸੁਣਾਈ ਹੈ ਉਹ ਕੁਝ ਹੋਰ ਹੈਗੀ ਹੈ, ਕੁਝ ਹੋਰ ਹੈ। ਪਹਿਲੇ ਤੂੰ ਜ਼ਿਆਦਤੀ ਕੀਤੀ, ਫਿਰ ਖੌਫ ਦੀ ਵਜ੍ਹਾ ਤੋਂ ਉਹਨੂੰ ਮਾਰਿਆ ਕਿ ਇਹ ਦੱਸ ਨਾ ਦਵੇ। ਉਹ ਹੁਣ ਸਟੋਰੀ ਸੁਣਾ ਜੋ ਕੀਤਾ ਹੀ। ਨਹੀਂ ਸੱਚ ਜੀ, ਮੈਂ ਸਰ ਝੂਠ ਵਾਲੀ ਕੋਈ ਗੱਲ ਨਹੀਂ ਹੈ। ਪਹਿਲਾਂ ਵੀ ਦੋ ਵਾਰੀ ਮੀਡੀਆ 'ਚ ਬਿਆਨ ਦੇ ਚੁੱਕਾ ਹਾਂ, ਆਪਣਾ ਜੁਰਮ ਮੈਂ ਕਬੂਲ ਕਰ ਲਿਆ ਸਰ। ਝੂਠ ਵਾਲੀ ਤਾਂ ਹੁਣ ਗੱਲ ਹੀ ਕੋਈ ਨਹੀਂ ਹੈ। ਦੁਬਾਰਾ ਦੱਸ, ਜੁਰਮ ਕੀ ਕੀਤਾ ਹੀ? ਸਰ ਜੁਰਮ ਮੈਂ ਕੀਤਾ ਕਿ ਬੱਚੀ ਮਤਲਬ ਕਿ ਬੱਚੀ ਦੀ ਮੇਰੇ ਹੱਥੋਂ ਡੈਥ ਹੋਈ, ਬੱਚੀ ਨਾਲ ਜ਼ਿਆਦਤੀ ਹੋਈ ਸਰ। ਫਿਰ ਜ਼ਿਆਦਤੀ ਕੀਤੀ ਮੁਰਦਾ ਬੱਚੀ ਤੇ? ਜੀ ਸਰ। ਕਿਹੜਾ ਇਹੋ ਜਿਹਾ ਤੂੰ ਨਸ਼ਾ ਕਰ ਲਿਆ ਜਿਹੜਾ ਤੇਰੇ ਕੋਲ ਸੰਭਾਲਿਆ ਨਹੀਂ ਜਾ ਰਿਹਾ? ਸਰ ਜ਼ਿੰਦਗੀ 'ਚ ਮੈਂ ਕਦੀ ਨਹੀਂ ਸੀ ਕੀਤਾ ਸਿਰਫ ਇੱਕ ਨਸਵਾਰ ਤੋਂ ਇਲਾਵਾ, ਲੇਕਿਨ ਇਹ ਜਿਹੜੇ ਮੈਂ 2 ਕੰਮ ਕੀਤੇ ਨਾ ਸਰ, ਇਹ ਸਰ ਮੇਰੇ 'ਤੇ ਹੈਵੀ ਹੋ ਗਏ ਸਰ। ਤੂੰ ਜਿਹੜੀ ਗੱਲ ਦੱਸ ਰਿਹਾ ਕਿ ਮੁਰਦਾ ਬੱਚੀ ਨਾਲ ਜ਼ਿਆਦਤੀ, ਵੈਸੇ ਪੁਲਿਸ ਕਹਿੰਦੀ ਹੈ ਤੂੰ ਪਹਿਲੇ ਜ਼ਿਆਦਤੀ ਕੀਤੀ ਹੈ ਫਿਰ ਕਤਲ ਕੀਤਾ ਹੈ। ਅਸੀਂ ਤੇਰੀ ਗੱਲ ਮੰਨ ਲੈਂਦੇ ਹਾਂ, ਤੂੰ ਐਡਾ ਵੱਡਾ ਦਰਿੰਦਾ ਹੈ ਕਿ ਇੱਕ ਬੱਚੀ ਨੂੰ ਕਤਲ ਕਰਨ ਤੋਂ ਬਾਅਦ ਉਹਦੇ ਨਾਲ ਜ਼ਿਆਦਤੀ ਕਰ ਰਿਹਾ? ਸਰ ਮੈਂ ਦਰਿੰਦਾ ਤਾਂ ਨਹੀਂ, ਹੈ ਤਾਂ ਮੈਂ ਇਨਸਾਨ ਹਾਂ, ਲੇਕਿਨ ਉਸ ਦਿਨ ਸਰ ਨਹੀਂ, ਮੈਨੂੰ ਕੋਈ ਹੋਸ਼ ਨਹੀਂ ਸਰ ਰਹੀ ਹੈ। ਮੈਂ 8 ਸਾਲ ਉਹਨਾਂ ਦੇ ਘਰ ਗੁਜ਼ਾਰੇ ਨੇ। ਉਹਨਾਂ ਨੇ ਮੈਨੂੰ ਅਗਰ ਪੁੱਤਰ ਆਪਣਾ ਬਣਾ ਕੇ ਰੱਖਿਆ ਨੇ ਤਾਂ ਮੈਂ ਉਹਨਾਂ ਦੇ ਪਿਓ ਤੇ ਮਾਂ ਨੂੰ ਮਾਂ, ਉਹਨਾਂ ਦੀਆਂ ਨੂੰਹਾਂ ਨੂੰ ਆਪਣੀਆਂ ਭੈਣਾਂ, ਇਸ ਤਰ੍ਹਾਂ ਸਰ ਮੇਰਾ ਟਾਈਮ ਗੁਜ਼ਰਦਾ ਪਿਆ ਸੀ ਉਹਨਾਂ ਦੇ ਨਾਲ। ਉਹਨਾਂ ਨੂੰ ਫਿਰ ਸਿਲਾ ਦਿੱਤਾ ਹੀ, ਉਹਨਾਂ ਦੀ ਬੱਚੀ ਨੂੰ ਦਰਿੰਦਗੀ ਨਾਲ ਨਿਸ਼ਾਨਾ ਬਣਾਇਆ, ਕਤਲ ਕੀਤਾ, ਉਹਨਾਂ ਨੂੰ ਸਿਲਾ ਦਿੱਤਾ? ਸਰ ਇਹ ਸਭ ਅਣਜਾਣੇ 'ਚ ਹੋਇਆ ਸਰ, ਇਹ ਨਹੀਂ ਸੀ ਕਰਨਾ ਚਾਹੁੰਦੇ। ਕਿਹੜੇ ਅਣਜਾਣੇ 'ਚ ਹੋ ਗਿਆ? ਮੈਨੂੰ ਇੱਕ ਗੱਲ ਦੱਸ, ਕਿਹੜਾ ਤੂੰ ਨਸ਼ਾ ਕਰ ਲਿਆ? ਤੂੰ ਕਹਿੰਦਾ ਚਰਸ ਪੀ ਲਈ, ਉਹ 81 ਦੀਆਂ ਗੋਲੀਆਂ ਖਾ ਲਈਆਂ, ਇਹ ਸਾਰੀਆਂ ਤੇ ਕਰਦੀਆਂ ਬੰਦੇ ਨੂੰ ਸੁਸਤ, ਤੇ ਤੂੰ ਸ਼ੈਤਾਨ ਦਰਿੰਦਾ ਬਣ ਗਿਆ। ਤੂੰ ਕਿਹੜੇ ਸ਼ਰਾਬ ਪੀਤੀ ਸੀ ਜਾਂ ਕੁਝ ਹੋਰ ਕੀਤਾ ਹੋਇਆ ਸੀ? ਇਹ ਚੀਜ਼ਾਂ ਦੇ ਨਾਲ ਤੇਰੇ ਨਾਲ ਕਿਵੇਂ ਹੋ ਗਿਆ ਸਭ ਕੁਝ? ਡਰਾਮੇਬਾਜ਼ੀ ਘੱਟ ਕਰਨੀ ਔਰ ਸੱਚ ਦੱਸਣਾ। ਸਰ ਇਹ ਸਭ ਸੱਚ ਹੈ ਸਰ, ਮੈਂ ਇਹ ਗੁਨਾਹ ਕੀਤਾ, ਮੇਰੇ ਕੋਲ ਇਹ ਜੁਰਮ ਹੋਇਆ ਹੈ, ਇਹ ਸੱਚ ਹੈ ਸਰ। ਤੇ ਹੋਸ਼ੋ-ਵਾਸ ਚੋਂ ਕੀਤਾ ਹੀ ਨਾ? ਜੇ ਹੋਸ਼ ਨਹੀਂ ਸੀ ਸਰ, ਹੋਸ਼ ਨਹੀਂ ਸੀ ਹੈ। ਕਿਹੜਾ ਮਦਹੋਸ਼ ਹੋ ਗਿਆ? ਕਿਹੜਾ ਨਸ਼ਾ ਹੀ ਮਦਹੋਸ਼ ਹੋਣ ਵਾਲਾ? ਇਹ ਤੇ ਗਈ ਨਹੀਂ ਨਸ਼ਿਆਂ ਚੋਂ ਨਸ਼ਾ। ਸਰ ਮੈਂ ਜਦੋਂ ਨੀਂਦ ਆਉਂਦੀ ਹੈ ਬੰਦੇ ਨੂੰ, ਆਪਣੀ ਫਿਕਰ ਹੋਈ ਹੁੰਦੀ ਹੈ ਕਿ ਮੈਂ ਕਿੱਥੇ ਜਾਵਾਂ। ਇਹ 'ਚੋਂ ਜ਼ਿਆਦਤੀਆਂ ਤੇ ਕਤਲ ਥੋੜੀ ਕਰਦਾ ਬੰਦਾ, ਇਹਦੇ ਵਿੱਚ ਤੇ ਕਰਦਾ ਹੀ ਨਹੀਂ ਕੋਈ ਇਹੋ ਜਿਹਾ ਕੰਮ। ਸਰ ਉਸ ਦਿਨ ਜਦੋਂ ਮੈਂ ਖਾ ਕੇ ਨਿਕਲਿਆ ਸੀ ਨਾ, ਮਤਲਬ ਕਿ ਕਾਫੀ ਨਾ 1 ਕਿਲੋਮੀਟਰ ਲਗਾ ਲਓ ਜਾਂ ਉਸ ਤੋਂ ਥੋੜਾ ਕੁ ਲਗਾ ਲਓ। ਤੇ ਰਸਤੇ 'ਚੋਂ ਡਿੱਗਿਆ ਵੀ ਨਹੀਂ, ਬੱਚੀ ਨੂੰ ਲੈ ਕੇ ਵੀ ਗਿਆ, ਫਿਰ ਚੈੱਕ ਬੁੱਕਾਂ ਵੀ ਦੇ ਕੇ ਆਇਆ, ਉਹਦੇ ਵਿੱਚੋਂ ਇੱਕ ਰੱਖੀ, ਉਹ ਵੀ ਯਾਦ ਹੈ। ਫਿਰ ਆ ਕੇ ਫਿਰ ਦੂਸਰਾ ਨਸ਼ਾ ਕੀਤਾ ਉਹਦੇ ਸਾਹਮਣੇ ਖਲੋ ਕੇ। ਉਹਦੀ ਵਜ੍ਹਾ ਕੀ ਸੀ? ਉਹਦੀ ਵਜ੍ਹਾ ਇਹੀ ਸੀ ਕਿ ਤੂੰ ਆਪਣਾ ਕੰਮ ਕਰਨਾ ਹੈ। ਜੀ ਸਰ ਮੈਂ ਤੁਹਾਨੂੰ ਦੱਸ ਰਿਹਾ ਨਾ, ਮੈਂ ਘਰੋਂ ਜਦੋਂ ਨਿਕਲਿਆ ਨਾ ਸਰ, ਕਿ ਮੈਂ ਮੋਟਰਸਾਈਕਲ ਦੇ ਸਰ ਬਾਈਕ 'ਤੇ ਮੈਂ 1-2 ਵਾਰੀ ਡੋਲਿਆ, ਮਤਲਬ ਕਿ ਜਿਵੇਂ ਬੰਦਾ ਡਿੱਗਣ ਲੱਗਦਾ ਸਰ। ਠੀਕ ਹੈ, ਉਸ ਦਿਨ ਮੈਂ ਜ਼ਿਹਨ 'ਚ ਵੀ ਇਹ ਸੋਚਿਆ ਕਿ ਮੈਂ ਯਾਰ ਕਹਿੰਦੇ ਨੇ ਇਹਦੇ ਨਾਲ ਨੀਂਦ ਆਉਂਦੀ ਹੈ, ਤੇ ਮੈਂ ਕਿਹਾ ਤੈਨੂੰ ਨੀਂਦ ਆ ਰਹੀ ਹੈ ਕਿ ਤੈਨੂੰ ਇਹ ਨਸ਼ਾ ਹੋਣ ਡਿਆ ਕਿ ਜਿਹੜਾ ਤੇਰੇ ਕੋਲ ਬਾਈਕ ਵੀ ਨਹੀਂ ਚੱਲ ਰਹੀ ਹੈ।
ਬੱਚੀ ਨਾਲ ਜ਼ਿਆਦਤੀ ਕੀਤੀ, ਕਤਲ ਕਰਤਾ, ਲਾਸ਼ ਪਈ ਹੈ ਤੇਰੇ ਸਾਹਮਣੇ, ਅੱਗੇ ਕੀ ਕੀਤਾ? ਸਰ ਕਾਫੀ ਦੇਰ ਮੈਂ ਨਾ ਫਿਰ ਉਹ ਬੱਚੀ ਨੂੰ ਛੱਡ ਕੇ ਨਾ ਮੈਂ ਕਾਫੀ ਦਿਨ ਬਾਹਰ ਚਲਾ ਗਿਆ ਸਰ। ਬਾਹਰ ਮੈਂ ਚਲਾ ਗਿਆ ਇੱਕ ਜਗ੍ਹਾ ਤੇ ਮੈਂ ਉੱਥੇ ਬਹਿ ਕੇ ਕਾਫੀ ਦੇਰ ਮੈਂ ਬੜਾ ਰੋਇਆ ਵਾਂ ਜਿਵੇਂ ਇਨਸਾਨ ਪਾਕ। ਸਾਰਾ ਝੂਠ ਨਹੀਂ ਹੈ, ਇਹ ਬਿਲਕੁਲ ਸੱਚ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ ਨਾ। ਮੈਂ ਕਾਫੀ ਰੋਇਆ, ਕਾਫੀ ਪਛਤਾਇਆ ਮੈਂ ਸਰ। ਮੈਂ ਕਾਫੀ ਦੇਰ ਬਾਅਦ, ਕਾਫੀ 3-4 ਘੰਟਿਆਂ ਬਾਅਦ ਮੈਂ ਫੈਕਟਰੀ ਆਇਆ ਸਰ। ਰਾਤ 12 ਵਜੇ ਤੋਂ ਬਾਅਦ ਮੈਂ ਫਿਰ ਜਾ ਕੇ ਨਾ ਬੱਚੀ ਨਾਲੇ 'ਚ, ਗੰਦੇ ਨਾਲੇ 'ਚ ਮੈਂ ਸਰ ਸੁੱਟੀ ਸੀ। ਗੰਦੇ ਨਾਲੇ 'ਚ ਸੁੱਟਤੀ, ਰੋਇਆ ਉਹਦੇ ਤੋਂ ਬਾਅਦ ਜਾ ਕੇ ਪਛਤਾਇਆ, ਤੇ ਫਿਰ ਉਹਨੂੰ ਗੰਦੇ ਨਾਲੇ 'ਚ ਸੁੱਟਦਾ? ਅਗਰ ਉਦੋਂ ਤੇ ਤੈਨੂੰ ਪਤਾ ਲੱਗ ਗਿਆ ਸੀ ਗਲਤ ਕਰਦਾ ਤੂੰ? ਜੀ ਜਦੋਂ ਮੈਂ ਸੁੱਟ ਗਿਆ ਨਾ ਉਦੋਂ ਮੈਂ ਹੋਸ਼ 'ਚ ਸਾਂ ਸਰ। ਓਏ ਉਦੋਂ ਹੋਸ਼ 'ਚ ਸੀ ਜਦੋਂ ਰੋਇਆ, ਤੇਰੇ ਬਕੋਲ ਹੀ ਤੇਰੀ ਗੱਲ ਕਰਨੇ, ਉਦੋਂ ਨਹੀਂ ਤੈਨੂੰ ਸਮਝ ਆ ਗਈ ਕਿ ਮੈਂ ਗਲਤ ਕਰਤਾ? ਜੀ ਸਭ ਸਮਝ ਆ ਗਈ ਸੀ। ਤੇ ਫਿਰ ਉਹਨੂੰ ਗੰਦੇ ਨਾਲੇ 'ਚੋਂ ਕਿ ਸੁੱਟੇ? ਸਰ ਉਹਨੂੰ ਸੁੱਟਿਆ ਸੀ ਸਰ, ਮੈਂ ਕਿੱਥੇ ਸੁੱਟਦਾ ਉਹਨੂੰ? ਤੇ ਫਿਰ ਝੂਠ ਸਾਰੀਆਂ ਫਿਲਮਾਂ ਕਿਉਂ ਸੁਣਾਈ ਜਾ ਰਹੇ ਆ? ਨਹੀਂ ਸਰ, ਕੋਈ ਫਿਲਮ ਨਹੀਂ ਸਰ, ਕੋਈ ਝੂਠ ਨਹੀਂ ਹੈ ਸਰ। ਵਾਲਿदैन ਨੇ ਕੀ ਵਿਗਾੜਿਆ ਸੀ ਤੁਹਾਡਾ ਜਿਹੜਾ ਤੂੰ ਇੰਨਾ ਨਾ ਵੱਡਾ ਜ਼ੁਲਮ ਕੀਤਾ? ਸਰ ਉਹਨਾਂ ਨੇ ਮੇਰਾ ਕੁਝ ਨਹੀਂ ਵਿਗਾੜਿਆ। ਤੇਰੀ ਜਵਾਨੀ ਇਹੋ ਜੀ ਕਿਹੜੀ ਪਾਟ ਰਹੀ ਸੀ? ਸ਼ਾਦੀ ਹੋਈ ਹੈ, ਤੇਰੇ 2 ਬੱਚੇ ਨੇ, ਉਸ ਬੱਚੀ ਜਿੰਨਾ ਤੇਰਾ ਵੱਡਾ ਬੱਚਾ ਹੈ, ਤੇਰੀ ਬੀਵੀ ਵੀ ਹੈ ਤੇਰੇ ਕੋਲ, ਤੇ ਫਿਰ ਇਹ ਕਿਉਂ ਕੀਤਾ ਹੀ ਇਹ ਸਭ ਕੁਝ? ਸਰ ਬਸ ਅਣਜਾਣੇ 'ਚ ਹੋਇਆ ਸਰ। ਕਿਹੜਾ ਅਣਜਾਣ? ਸਰ ਕੋਈ ਹੋਸ਼ ਨਹੀਂ ਸੀ ਇਹ ਕਿਉਂ ਹੋ ਰਿਹਾ ਹੈ ਤੇ ਕੀ ਹੋ ਰਿਹਾ ਸਰ। ਅਣਜਾਣੇ 'ਚ ਹੋ ਗਿਆ ਸਰ ਜੋ ਹੋਇਆ। ਕਿਹੜਾ ਅਣਜਾਣ ਹੈ? ਬੱਚਾ ਹੈ ਤੂੰ? ਨਹੀਂ ਸਰ, ਨਹੀਂ ਬੱਚਾ ਨਹੀਂ ਸਰ। ਗੈਰ ਸ਼ਾਦੀशुदा? ਜੀ ਸ਼ਾਦੀशुदा ਮੈਂ ਸਰ। ਕਿੰਨੇ ਬੱਚੇ? ਮੇਰੇ 2 ਬੱਚੇ ਮਾਸ਼ਾ। ਸਮਝਦਾਰ ਹੈ? ਜੀ ਕਦੋਂ ਤੋਂ ਨੌਕਰੀ ਕਰ ਰਿਹਾ? ਜੀ ਕਾਫੀ ਦੇਰ ਹੋ ਗਈ ਮੈਨੂੰ ਸਰ। ਤੇ ਫਿਰ ਕਿਹੜਾ ਅਣਜਾਣ? ਸਰ ਉਦੋਂ ਕੁਛ ਗਲਤੀ ਹੋ ਗਈ ਸਰ। ਕੁਛ ਕਿਹੜੀ ਗਲਤੀ ਹੋ ਗਈ? ਸਰ ਗਲਤੀ ਹੋ ਗਈ ਮਤਲਬ ਕਾਫੀ ਵੱਡੀ ਗਲਤੀ ਹੋ ਗਈ ਹੈ। ਤੇਰੀ ਫੁਟੇਜ ਹੈ ਪੁਲਿਸ ਕੋਲੋਂ, ਤੂੰ ਉਹਨਾਂ ਦੇ ਘਰ ਦੇ ਬਾਹਰ ਵੀ ਉਹ ਬੱਚੀ ਨੂੰ ਤੂੰ ਮਨਾਉਂਦਾ ਰਿਹਾ ਕਿ ਬਹਿ ਮੇਰੇ ਨਾਲ। ਬੱਚੀ ਨੂੰ ਮਨਾਉਂਦਾ ਰਿਹਾ। ਉਹ ਉਸ ਟਾਈਮ ਨਾ ਮੇਰੀ ਵਾਈਫ ਵੀ ਮੇਰੇ ਕੋਲ ਹੈ, ਉਸ ਵੀਡੀਓ ਦੇ ਵਿੱਚ ਵੀ ਆਈ ਹੈ ਵਾਈਫ। ਛੋਟਾ ਬੱਚਾ ਘਰ ਖੇਲਦਾ ਪਿਆ ਸੀ ਤੇ ਵੱਡੇ ਨੂੰ ਮੈਂ ਵੇਖ ਰਿਹਾ ਤੇ ਨਾਲ ਵਾਈਫ ਵੀ ਨਿਕਲੀ ਬਾਹਰ। ਉਹ ਦੁਕਾਨ ਤੇ ਸ਼ਾਇਦ ਕੋਈ ਚੀਜ਼ ਵੀ ਲੈਣ ਆਈ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਬੱਚਾ ਕਿੱਥੇ ਆ? ਮੈਂ ਕਿਹਾ ਮੈਂ ਫੈਕਟਰੀ ਚੱਲਾ ਵਾਂ। ਤੇ ਉਹ ਮਤਲਬ ਕਿ ਉਹ ਵੀ ਅੰਦਰ ਗਈ ਹੈ, ਬਾਹਰ ਆਇਆ, ਵੇਖਿਆ ਉਹਨੇ ਇੱਧਰ ਉੱਧਰ। ਉਹ ਜਿਹੜਾ ਮਕਾਨ ਹੈ ਨਾ ਸਰ, ਬਾਜ਼ਾਰ ਦੇ ਉੱਤੇ ਹੈ, 2 ਗਲੀਆਂ ਲੱਗਦੀਆਂ ਨੇ, ਸਾਹਮਣੀ ਗਲੀ ਵੇਖਿਆ, ਇੱਧਰ ਹੀ ਵੇਖਿਆ। ਉਸ ਟਾਈਮ ਜਿਹੜਾ ਮੈਂ ਫੋਟੋ 'ਚ ਵੀਡੀਓ ਵਿੱਚ ਆਇਆ ਨਾ, ਅਸੀਂ ਉਸ ਟਾਈਮ ਦੋਵੇਂ ਮੀਆਂ ਬੀਵੀ ਬੱਚੇ ਨੂੰ ਵੇਖ ਰਹੇ ਹਾਂ ਕਿ ਛੋਟਾ ਬੱਚਾ ਘਰ ਹੈ, ਵੱਡਾ ਬੱਚਾ ਕਿੱਥੇ, ਵੱਡਾ ਕਿੱਥੇ ਗਿਆ, ਵੱਡਾ ਕਿਉਂ ਨਹੀਂ ਨਜ਼ਰ ਆ ਰਿਹਾ ਸਰ? ਮਾਸੂਮ ਆਦਮੀ ਹੈ, ਇਹ ਸਭ ਕੁਝ ਗਲਤ ਝੂਠੀ ਬੋਲੀ ਜਾ ਰਹੇ ਨੇ। ਨਹੀਂ ਸਰ, ਕੀ ਕੀਤਾ? ਕੋਈ ਝੂਠ ਨਹੀਂ ਸਰ ਬੋਲ ਰਿਹਾ, ਕੋਈ ਝੂਠ ਨਹੀਂ। ਨਾ ਮੈਂ ਝੂਠ ਬੋਲਿਆ, ਨਾ ਪੁਲਿਸ ਝੂਠ ਬੋਲਦੀ ਵੀ, ਸਭ ਕੁਝ ਸੱਚ ਹੈ ਸਰ। ਕੀ ਕਰਤੇ ਜੀ? ਕੀ ਕੀਤਾ ਸਰ ਮੈਂ ਬੜਾ ਵੱਡਾ ਗੁਨਾਹ ਕੀਤਾ, ਬੜਾ ਵੱਡਾ ਜੁਰਮ ਕਰ ਬੈਠਾ ਸਰ। ਬੜਾ ਵੱਡਾ ਜੁਰਮ ਜੀ ਤੇ ਇੰਤਹਾ ਕਰਤੀ ਹੈ ਆਸਾਨ ਫਰਾਮੋਸ਼ ਆਦਮੀ। ਤੂੰ ਤੇ ਕੀ ਸ਼ਰ ਤੋਂ ਬਚਾਣਾ ਉਹਨਾਂ ਦੇ ਘਰ ਦਾ? ਤੂੰ ਇੱਕ ਬੱਚੀ ਖੋ ਲਈ ਹੈ, ਉਹਦੇ ਨੂੰ ਜਿਨਸੀ ਹਵਸ ਦਾ ਨਿਸ਼ਾਨਾ ਬਣਾਇਆ। ਤੇਰੇ ਇਹੋ ਜਿਹਾ ਕਿਹੜਾ ਮਾਮਲਾ ਸੀ ਜਿਹਦੀ ਵਜ੍ਹਾ ਤੋਂ ਇਹ ਸਭ ਕੁਝ ਤੂੰ ਕੀਤਾ? ਸਰ ਕੋਈ ਮਾਮਲਾ ਨਹੀਂ ਸੀ ਹੈ ਸਰ, ਕੋਈ ਮਾਮਲਾ ਨਹੀਂ ਸੀ ਹੈ। ਪਹਿਲੇ ਵੀ ਕਰਦਾ ਸੀ ਬੱਚੀ ਨਾਲ ਕੋਈ? ਨਹੀਂ ਸਰ, ਨਹੀਂ ਸਰ, ਜ਼ਿੰਦਗੀ 'ਚ ਪਹਿਲੀ ਵਾਰੀ ਇਹ ਗੁਨਾਹ ਆਇਆ, ਇਸ ਤੋਂ ਪਹਿਲਾਂ ਨਹੀਂ ਕਰਦਾ ਰਿਹਾ। ਲਾਸ਼ ਸੁੱਟਤੀ? ਲਾਸ਼ ਸੁੱਟ ਕੇ ਕਿੱਥੇ ਗਿਆ? ਸਰ ਲਾਸ਼ ਸੁੱਟ ਕੇ ਫਿਰ ਮੈਂ ਫੈਕਟਰੀ ਆ ਗਿਆ ਮੈਂ ਉਹ ਜਿੱਥੇ ਸੁੱਟੀ ਮੈਂ ਪੁਲਿਸ ਵਾਲਿਆਂ ਨੂੰ ਉਹ ਜਗ੍ਹਾ ਵੀ ਦਿਖਾਈ। ਫਿਰ ਮੈਂ ਜਿੱਦਣ ਨੂੰ ਮੈਂ ਜਿਸ ਜਿਹੜੀ ਪੁਲਿਸ ਨੂੰ ਕਹਾਣੀਆਂ ਸੁਣਾਉਂਦਾ ਰਿਹਾ ਹੈ ਕਿ ਉਹ ਕਿਸੇ ਮੈਂ ਪੀਰ ਸਾਹਿਬ ਨੂੰ ਦੇ ਆਏ ਆ ਇਹ ਉਹ ਸੁਣਾ। ਸਰ ਉਹ ਪਹਿਲਾ ਬਿਆਨ ਸੀ, ਉਹ ਮੈਂ ਉਸ ਟਾਈਮ ਡਰਿਆ ਹੋਇਆ ਸੀ ਸਰ। ਉਹ ਵੈਸੇ ਵੀ ਮੁਜਰਮ ਝੂਠ ਬੋਲਦਾ ਗੁਨਾਹ ਕਰਕੇ, ਮੈਂ ਉਸ ਟਾਈਮ ਡਰਿਆ ਹੋਇਆ ਸੀ ਫੁੱਲ। ਲੇਕਿਨ ਫਿਰ ਜ਼ਿਹਨ 'ਚ ਇਹ ਗੱਲ ਵੀ ਠੀਕ ਹੈ, ਜਦੋਂ ਕਰ ਬੈਠਾ ਠੀਕ ਹੈ ਤੇ ਫਿਰ ਸਭ ਕੁਝ ਸੱਚ ਦੱਸ ਦੇ। ਉਹ ਤੈਨੂੰ ਆਪਣਾ ਬੱਚਾ ਨਹੀਂ ਨਜ਼ਰ ਆ ਰਿਹਾ ਸੀ ਜਦੋਂ ਤੂੰ ਉਹਨੂੰ ਕਤਲ ਕਰ ਰਿਹਾ ਸੀ, ਉਹਦੇ ਨਾਲ ਜ਼ਿਆਦਤੀ ਕਰ ਰਿਹਾ ਸੀ? ਤੇਰਾ ਬੱਚਾ ਨਹੀਂ ਨਜ਼ਰ ਆ ਰਿਹਾ ਸੀ ਤੈਨੂੰ ਆਪਣਾ? ਨਹੀਂ ਸਰ, ਨਹੀਂ ਨਜ਼ਰ ਆ ਰਿਹਾ ਸੀ? ਨਹੀਂ ਸਰ। ਫਿਰ ਵੀ ਨਹੀਂ ਨਜ਼ਰ ਆਇਆ ਉਹਦੇ ਤੋਂ ਥੋੜੀ ਦੇਰ ਬਾਅਦ? ਦਿਨ ਚੋਂ ਖਿਆਲ ਨਹੀਂ ਆਇਆ ਮੇਰੀ ਵੀ ਇੰਨੀ ਬੱਚੀ ਸਰ? ਉਹਦੇ ਤੇਰੀ ਤੇ ਉਹ ਵੀ ਬੱਚੀ ਲੱਗਦੀ ਸੀ, ਤੂੰ ਉਹਦਾ ਫੁੱਫਾ ਹੈ, ਉਹ ਤੇਰੀ ਭਤੀਜੀ ਸੀ ਬੱਚੀ ਹੋਈ ਜੀ। ਤੇ ਉਹ ਲੋਕਾਂ ਦੀ ਬੱਚੀ ਜਿਨ੍ਹਾਂ ਨੇ ਤੈਨੂੰ ਘਰ ਰੱਖਿਆ ਸੀ ਕੀ? ਜੀ ਸਰ ਉਹ ਅਹਿਸਾਸ ਸਰ, ਮੈਂ ਜਦੋਂ ਬੱਚੀ ਨੂੰ ਸੁੱਟਿਆ ਸੀ ਨਾ ਉਦੋਂ ਮੈਨੂੰ ਅਹਿਸਾਸ ਹੋਇਆ ਸੀ ਕਿ ਇਹ ਜੋ ਹੋਇਆ ਨਹੀਂ ਸਹੀ ਹੋਇਆ। ਕਿਹੜਾ ਅਹਿਸਾਸ ਹੋਇਆ? ਫਿਰ ਡਰਾਮੇਬਾਜ਼ ਤੂੰ ਉਹਨਾਂ ਦੇ ਨਾਲ ਲੁਬਦਾ ਵੀ ਰਿਹਾ ਬੱਚੀ ਨੂੰ? ਲੱਭਦਾ ਨਹੀਂ ਰਿਹਾ ਮੈਂ ਸਰ, ਮੈਂ ਲੱਭਦਾ ਨਹੀਂ ਰਿਹਾ। ਮੈਨੂੰ ਉਸ ਦਿਨ ਜਿਸ ਦਿਨ ਮੈਂ ਬੱਚੀ ਸੁੱਟੀ ਉਸ ਦਿਨ ਉਹਨਾਂ ਨੇ ਮੈਨੂੰ ਕਾਲ ਕੀਤੀ ਉਹਨਾਂ ਨੇ, ਠੀਕ ਹੈ।
ਲੇਕਿਨ ਉਹਨਾਂ ਨੂੰ ਮੈਂ ਕਿਹਾ ਕਿ ਭਈ ਮੈਨੂੰ ਨਹੀਂ ਪਤਾ ਹੈ, ਮੈਂ ਅਗਰ ਇਹ ਮਤਲਬ ਕਿ ਹੁਣ ਤੁਸੀਂ ਲੱਭ ਰਹੇ ਹੋ ਮੇਰੀ ਜ਼ਰੂਰਤ ਹੈ ਤਾਂ ਮੈਂ ਆ ਜਾਣਾ, ਨਹੀਂ ਤੇ ਅਗਰ ਕਹਿੰਦੇ ਹੋ ਮੈਂ ਸਵੇਰ ਆ ਜਾਣਾ। ਸਵੇਰ ਮੈਂ ਸਿਰਫ ਘਰ ਤੱਕ ਆਇਆ ਸਰ, ਸਿਰਫ ਮੈਂ ਘਰ ਤੱਕ ਆਇਆ, ਠੀਕ ਹੈ। ਔਰ ਬਾਕੀ ਮੈਂ ਕਿਤੇ ਲੱਭਣ ਨਹੀਂ ਗਿਆ। ਮੈਂ ਘੰਟਾ ਰਿਹਾ ਜਾਂ 2 ਰਿਹਾ ਘਰ। ਮੈਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੀ ਜ਼ਰੂਰਤ ਹੈ, ਠੀਕ ਹੈ, ਨਹੀਂ ਤੇ ਉਹਨੇ ਨਹੀਂ ਤੂੰ ਜਾਓ ਫੈਕਟਰੀ ਜਾ। ਮੈਂ ਫਿਰ ਫੈਕਟਰੀ ਸਰ ਚਲਾ ਗਿਆ ਸਰ। फैक्ट्री चला जी ये सब कुछ ठीक हो गया जो है? नहीं सर, हाँ नहीं सर। ਤੇ ਇੰਨਾ ਮੁਤਮਈਨ ਹੋ ਕੇ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਸਰ ਮੈਂ ਦਿਲ 'ਚ ਸੱਚ ਜੋ ਸੱਚ ਹੈ ਨਾ ਮੈਂ ਉਹ ਦੱਸ ਰਿਹਾ ਹਾਂ। ਬੀਵੀ ਨੂੰ ਮਿਲਿਆ ਇਹਦੇ ਤੋਂ ਬਾਅਦ? ਨਹੀਂ ਸਰ, ਉਹ ਮਿਲੀ ਤੇ ਨਹੀਂ ਸਰ, ਕੋਈ ਪੈਗਾਮ ਪਹੁੰਚੇ? ਨਹੀਂ ਸਰ, ਨਹੀਂ ਪਹੁੰਚੇ। ਨਹੀਂ ਸਰ। ਸਿਰਫ ਉਹ ਇੰਨਾ ਸੁਣਿਆ ਹੈ ਕਿ ਮਤਲਬ ਪੁਲਿਸ ਦੇ ਮੂੰਹ ਸੁਣਿਆ ਸੀ ਕਿ ਅਗਰ ਉਹ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਜਾਨੋਂ ਮਾਰ ਦਾਂਗੀ। ਮਾਰ ਦਾਂਗੀ। ਸਹੀ ਕਰੇਗੀ ਗਲਤ ਕਰੇਗੀ? ਸਰ ਸਹੀ ਕਰੇਗੀ, ਉਹ ਮਾਰ ਦੇਗੀ ਜੀ ਸਰ। ਉਹ ਕੀ ਕਰਤਾ ਹੈ ਤੂੰ ਦਰਿੰਦੇ ਆ, ਤੂੰ ਤੇ ਇਨਸਾਨੀਅਤ ਨੂੰ ਬਹੁਤ ਪਿੱਛੇ ਛੱਡ ਗਿਆ। ਇੱਕ ਮਾਸੂਮ ਬੱਚੀ ਆਪਣੇ ਬੱਚੇ ਦੀ ਹਮ ਉਮਰ ਜਿਨ੍ਹਾਂ ਦੇ ਘਰ 'ਚ ਰਹਿੰਦਾ ਸੀ ਤੇਰੀ ਬੇਟੀਆਂ ਦੀ ਤਰ੍ਹਾਂ, ਹੁਣ ਨਹੀਂ ਤੂੰ ਦਰਿੰਦਗੀ ਦਾ ਨਿਸ਼ਾਨਾ ਬਣਾ ਕੇ ਕਤਲ ਕਰਤਾ ਹੈ। ਕੋਈ ਹਜੇ ਵੀ ਪਰੇਸ਼ਾਨੀ ਨਹੀਂ ਹੈ? ਚਰਸ ਤੇ ਉਹ 81 ਦੀਆਂ ਗੋਲੀਆਂ ਤੇ ਪਾਈ ਜਾ ਰਹੇ ਆ, ਉਹਦਾ ਤੇ ਇਹੋ ਜਿਹਾ ਆਂਦਾ ਹੀ ਨਹੀਂ ਹੈ। ਨਹੀਂ ਸਰ, ਉਹ ਸਭ ਕੁਝ ਉਹਨੇ ਕਰਾਇਆ ਸਰ। ਉਹਨੇ ਕਰਾਇਆ, ਉਹਨੂੰ ਸਜ਼ਾ ਦਈਏ? ਨਹੀਂ ਸਰ, ਸਜ਼ਾ ਤੇ ਸਰ ਮੈਨੂੰ ਭੁਗਤਣੀ, ਸਜ਼ਾ ਤੇ ਮੈਨੂੰ ਹੋਣੀ ਹੈ ਸਰ। ਉਹਨਾਂ ਨੂੰ ਕਿਉਂ ਸਜ਼ਾ ਹੋਣੀ ਹੈ? ਸਜ਼ਾ ਤੇ ਮੈਨੂੰ ਸਰ ਹੋਣੀ ਹੈ। ਸਜ਼ਾ ਤੈਨੂੰ ਹੋਣੀ ਹੈ? ਕੀ ਸਜ਼ਾ ਹੋਣੀ ਚਾਹੀਦੀ ਤੈਨੂੰ? ਸਰ ਜੋ ਅਦਾਲਤ ਜੋ ਕੋਰਟ ਜੋ ਕੇ ਮਤਲਬ ਜੋ ਆਰਡਰ ਦੋ ਕਰਨਗੇ ਸਰ ਉਹ ਸਜ਼ਾ ਹੋਏਗੀ ਸਰ। ਹੁਣ ਆਪਣੇ ਬੱਚੇ ਨੂੰ ਰੱਖ। ਵੱਡੇ ਵਾਲੇ ਬੱਚੇ ਦਾ ਕੀ ਨਾਂ ਹੈ? ਜੀ ਅਹਿਮਦ ਅਲੀ। ਅਹਿਮਦ ਅਲੀ। ਅਹਿਮਦ ਅਲੀ ਦੇ ਨਾਲ ਅਗਰ ਇਹੋ ਜਿਹਾ ਵਾਕਿਆ ਹੁੰਦਾ, ਇੰਨੀ ਉਮਰ ਹੀ ਹੈ ਉਹਦੀ ਵੀ, ਤੇ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ? ਸਰ ਉਹਨੂੰ ਵੀ ਸਜ਼ਾ ਸਰ ਕਾਨੂੰਨ ਨੇ ਦੇਣੀ ਸੀ ਨਾ। ਸੀ ਤੇਰਾ ਕੀ ਦਿਲ ਕਰਨਾ ਸੀ ਕੀ ਸਜ਼ਾ ਦਈਏ? ਸਰ ਮੇਰਾ ਫਿਰ ਇਹ ਹੀ ਹੋਏਗਾ ਕਿ ਮੈਂ ਫਿਰ ਉਹਨੂੰ ਮਾਰ ਦੇ ਜਾਂ ਮੈਂ ਕਾਨੂੰਨ ਦਾ ਸਹਾਰਾ ਲਵਾਂ ਸਰ। ਕਾਨੂੰਨ ਦੇ ਨਾਲ ਵੀ ਇਹੀ ਸਜ਼ਾ ਮਿਲਦੀ ਹੈ। ਇਹ ਜਿਹੜਾ ਤੂੰ ਕੰਮ ਕੀਤਾ ਹੈ ਇਹਦੇ ਤੇ ਤੈਨੂੰ ਮਾਫੀ ਥੋੜੀ ਮਿਲਣੀ, ਸਜ਼ਾਏ ਮੌਤ ਹੁੰਦੀ ਹੈ। ਤੇਰਾ ਨਹੀਂ ਦਿਲ ਕਰਦਾ, ਤੇਰਾ ਅੰਦਰੋਂ ਜ਼ਮੀਰ ਨਹੀਂ ਮਲਾਮਤ ਕਰਦਾ ਤੂੰ ਜੋ ਕੰਮ ਕੀਤਾ ਤੈਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ? ਜੀ ਸਰ। ਕੀ ਜੀ ਸਰ ਦੱਸ। ਸਜ਼ਾ ਦੇ ਮਾਮਲੇ 'ਚ ਆ ਕੇ ਤੁਸੀਂ ਬੜੇ ਹੁਸ਼ਿਆਰ ਹੋ ਜਾਂਦੇ ਹੋ, ਜੋ ਅੱਗੇ ਪਿੱਛੇ ਤੁਸੀਂ ਮਾਸੂਮ ਹੈਗੇ ਹੋ, ਪਤਾ ਹੀ ਕੁਛ ਨਹੀਂ ਤੁਹਾਨੂੰ ਕਿੱਡਾ ਵੱਡਾ ਤੁਸੀਂ ਕੰਮ ਕਰਤਾ। ਮਾਫੀ ਮਿਲਣੀ ਚਾਹੀਦੀ ਸਰ। ਖੁਦਾ ਮਾਫੀ ਕਰ ਦੇਗਾ तो फिर दुनियादारी भी होएगी माफ़ी सर। माफ़ी की उम्मीद है नाज़रीन। ऐसे अक्सर दरिंदा सिफ्त मुलजमान को जो है वो माफ़ी की उम्मीद होती है, इससे भी माफ़ी की उम्मीद है और ये चाहता है कि इसे माफ़ कर दिया जाए। इसने 7 साल बच्ची को जिनसी हवस का निशाना बनाया और फैक्ट्री में उसके बाद उसे बेदर्दी के साथ कत्ल किया और कत्ल करने के बाद उसकी लाश को नाले में भी फेंक दिया और फिर ये छुपता भी रहा, बचता भी रहा, लेकिन पुलिस ने इसे बिलाखिर गिरफ़्तार कर लिया। सज़ा के बारे में बात करते हैं तो इसके पास अल्फाज ख़त्म हो जाते हैं कि इसे सज़ा क्या मिलनी चाहिए। अभी भी चाहता है ये दरिंदा बच जाए और बच्चे या बच्चियों को इसी तरह निशाना बनाए और उन्हें कत्ल करे। बच्ची ਨੂੰ ਮਾਰ ਕਿਉਂ ਦਿੱਤਾ? ਜ਼ਿਆਦਤੀ ਕਰਨ ਤੋਂ ਰੋਕ ਰਹੀ ਸੀ ਤੈਨੂੰ? जी सर कि मतलब ज़्यादती मुकम्मल ज़्यादती सर नहीं की थी है। ਉਹ ਠੀਕ ਹੈ, ਤੂੰ ਇਹ ਕੋਸ਼ਿਸ਼ ਹੀ ਕਰ ਰਹੇ हैं, ਉਹਨੇ मज़ामत शुरू करती है। जी सर मतलब है कोशिश की थी सी, लेकिन वो सर मैं किस तरह सर दसाऊँ? ਉਹ ਦੱਸ ਨਾ ਤੂੰ ਕੀਤਾ ਨਹੀਂ? जी सर। सर ਸੁਣਾਓ। सर मतलब कि मुकम्मल नहीं ना सर किया, मतलब शुरू किया सी, लेकिन उस टाइम ना बच्ची दी चीख मतलब देख के ना सुन के सर ते मैं डर गया। मैं उस टाइम मैं छड़ दिता बस सर। ਹੁਣ ਨੂੰ ਆਏ ਆ ਨਾ ਸਹੀ ਗੱਲ ਦੇ ਉੱਤੇ, ਫਿਰ ਡਰ ਗਿਆ, ਪਿੱਛੇ ਆ ਗਿਆ, ਫਿਰ ਕੀ ਹੋਇਆ ਅੱਗੇ? फिर सर नहीं, फिर उस तो बाद मैं सर मैं क्या हूँ मैं घर भी नहीं मतलब ले जा के सकता, क्योंकि बच्चे ਨੂੰ ਘਰ ले जावांगा, बच्ची मैं कहा सर सब कुछ दसेगी। ਅੱਛਾ ਫਿਰ ਠੀਕ ਹੈ। ਇਹ ਹੁਣ ਤੈਨੂੰ ਡਰ ਪੈ ਗਿਆ ਕਿ ਹੁਣ ਮੈਂ ਘਰ ਲੈ ਕੇ ਜਾਵਾਂਗਾ ਤੇ ਸਭ ਕੁਝ ਸੱਚ ਦੱਸੇਗੀ। ਫਿਰ जी सर उस तो बाद ना मैं फिर बच्ची ਨੂੰ ਖਾਮੋਸ਼ ਕਰਾਂਦਾ ਰਿਹਾ, ਉਹਦਾ ਮੂੰਹ ਦਬਾਇਆ, ਗਲਾ ਦਬਾਇਆ। ਸਰ 3-4 ਮਿੰਟ ਲੱਗੇ ਹੋਣਗੇ ਸਰ। ਉਸ ਤੋਂ ਬਾਅਦ ਬੱਚੀ ਡੈਥ ਹੋ ਗਈ ਸਰ। ਮਾਰਤਾ 3-4 ਮਿੰਟ ਦੇ ਵਿੱਚ, ਫਿਰ ਹੁਣ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਫਿਰ ਤੂੰ ਜ਼ਿਆਦਤੀ ਕੀਤੀ? ਨਹੀਂ, ਡੈਥ ਹੋਣ ਤੋਂ ਬਾਅਦ ਨਹੀਂ ਜ਼ਿਆਦਤੀ ਸਰ। ਉਹ ਜਿਹੜੀ
ਪਹਿਲਾਂ ਕੀਤੀ ਸੀ ਨੇ ਸਰ, ਉਹ ਬਾਅਦ ਡੈਥ ਹੋਣ ਤੋਂ ਬਾਅਦ ਨੇ। ਤੇਰੀ ਪਹਿਲੇ ਕੀ ਸਟੋਰੀ ਸੁਣਾਈ ਹੈ ਤੂੰ ਮੈਨੂੰ ਕਿ ਡੈਥ ਹੋਣ ਤੋਂ ਬਾਅਦ ਮੈਂ ਜ਼ਿਆਦਤੀ ਕੀਤੀ, 10 ਕੁ ਮਿੰਟ ਉਹਨੂੰ ਮੈਂ ਵੇਖਦਾ ਰਿਹਾ, ਫਿਰ ਮੈਂ ਉਹਦੇ ਨਾਲ ਜ਼ਿਆਦਤੀ ਕੀਤੀ। ਜ਼ਿਆਦਤੀ ਤਾਂ ਕੀਤੀ ਹੈ, ਜ਼ਿਆਦਤੀ ਦਾ ਹੀ ਤੇਰਾ ਮਕਸਦ ਸੀ। ਉਦੋਂ ਤੇ ਚੀਖ ਮਾਰ ਰਹੀ ਸੀ, ਮਾਰਨ ਤੋਂ ਬਾਅਦ ਉਹ ਤੇ ਚੀਖ ਨਹੀਂ ਮਾਰ ਸਕਦੀ, ਤੇ ਫਿਰ ਕੀਤੀ ਉਹ ਜ਼ਿਆਦਤੀ। ਨਹੀਂ ਸਰ, ਜ਼ਿਆਦਤੀ ਇੱਕ ਵਾਰੀ ਹੋਈ ਸਰ, ਦੁਬਾਰਾ ਨਹੀਂ ਕੀਤੀ ਮੈਂ ਸਰ। ਇੱਕ ਵਾਰੀ ਜ਼ਿਆਦਤੀ ਹੋਈ ਹੈ ਬੱਚੀ ਨਾਲ ਬਸ, ਤੇ ਦੁਬਾਰਾ। ਉਹ ਜਿਹੜਾ ਪਹਿਲੇ ਬਿਆਨ ਦੇ ਰਿਹਾ ਸੀ ਉਹ ਕੀ ਸੀ? ਸਰ ਉਹ ਪਹਿਲਾ ਬਿਆਨ ਹੈ ਸਰ, ਜ਼ਿਆਦਤੀ ਮੈਂ ਬੱਚੀ ਨੇ ਇੱਕ ਵਾਰੀ ਕੀਤੀ ਬਸ, 2 ਵਾਰੀ ਨਹੀਂ ਕੀਤੀ ਸਰ। ਪਹਿਲਾ ਬਿਆਨ ਕੀ ਸੀ? ਸਰ ਉਹ ਪਹਿਲਾ ਬਿਆਨ ਆਇਆ ਸੀ ਕਿ ਮਤਲਬ ਕਿ ਬੱਚੀ ਦੀ ਡੈਥ ਤੋਂ ਬਾਅਦ ਮੈਂ ਜ਼ਿਆਦਤੀ ਕੀਤੀ ਸਰ। ਹਾਂ, ਤੇ ਉਹ ਕੀ ਸੀ ਬਿਆਨ? ਮਤਲਬ ਸਰ ਉਹ ਹੋਰ ਬਿਆਨ ਸੀ ਨਾ ਸਰ, ਮਤਲਬ ਕਿ ਬੱਚੀ ਨਾਲ ਮੈਂ ਜ਼ਿਆਦਤੀ ਇੱਕ ਵਾਰੀ ਕੀਤੀ ਸਰ। 2 ਕਰੀ ਕੀ ਕੀਤੀ ਹੈ? ਸੱਚ ਕੀ ਹੈ ਇਹਨਾਂ ਵਿੱਚੋਂ? ਸਰ ਸੱਚ ਇਹਨਾਂ ਵਿੱਚੋਂ ਇਹ ਹੈ ਕਿ ਸਰ ਬੱਚੀ ਨਾਲ ਜ਼ਿਆਦਤੀ ਜਿਹੜੀ ਹੋਈ ਹੈ, ਠੀਕ ਹੈ, ਉਹ ਬੱਚੀ ਨਾਲ ਜ਼ਿਆਦਤੀ ਡੈਥ ਤੋਂ ਬਾਅਦ ਹੋਈ ਹੈ, ਬਾਅਦ ਚ ਨਹੀਂ ਹੋਈ ਹੈ, ਮਤਲਬ ਪਹਿਲਾਂ ਨਹੀਂ ਹੋਈ ਹੈ। ਤੇ ਪਹਿਲੇ ਫਿਰ ਕਤਲ ਕਿਉਂ ਕਰਤਾ ਹੀ ਹੈ ਮੈਨੂੰ ਦੱਸਣਾ। ਉਹਨੇ ਫਿਰ ਕਿਹਨੂੰ ਦੱਸਣਾ ਸੀ ਪਹਿਲੇ ਕਤਲ ਕਰਨ ਦਾ ਮਕਸਦ ਕੀ ਹੈ? ਜਦੋਂ ਜ਼ਿਆਦਤੀ ਨਹੀਂ ਕੀਤੀ ਤੇ ਫਿਰ ਉਹਨੂੰ ਕਤਲ ਕਰਨ ਦਾ ਕੀ ਮਕਸਦ ਹੈ? ਸਰ ਕਤਲ ਕਰਨ ਦਾ ਮਕਸਦ ਨਹੀਂ ਸੀ, ਇਹ ਬੱਚੀ ਨੂੰ ਸਿਰਫ ਖਾਮੋਸ਼ ਕਰਨ ਦਾ ਸੀ, ਠੀਕ ਹੈ ਸਰ। ਉਹ ਮੋਸ਼ ਤੇ ਤੂੰ ਕੋਈ ਇਕਦਾਮ ਕਰੇਗਾ ਤੇ ਉਹ ਰੋਲਾ ਪਾਏਗੀ ਨਾ। ਤੂੰ ਅਗਰ ਇਕਦਾਮ ਵੀ ਨਹੀਂ ਕਰ ਰਿਹਾ, ਉਹਨੇ ਕਿਹੜੀ ਖਾਮੋਸ਼ੀ, ਉਹਨੇ ਕਿਹੜਾ ਰੋਲਾ ਪਾਣਾ? ਉਹਦੇ ਤੇਰੇ ਨਾਲ ਆ ਗਈ, ਉਹ ਇਤਬਾਰ ਕਰਦੀ। 9 ਸਾਲ ਤੋਂ ਤੁਸੀਂ ਇੱਕੋ ਘਰ 'ਚ ਰਹਿੰਦੇ ਹੋ, 8 ਸਾਲ ਤੋਂ, ਤੇ ਬੱਚੀ ਦੀ ਉਮਰ ਹੈ 7 ਸਾਲ, ਉਹ ਤੇ 1 ਸਾਲ ਬਾਅਦ ਪੈਦਾ ਹੋਈ ਹੈ। ਉਹਨੇ ਕੀ ਤੇਰੇ ਸਾਹਮਣੇ ਰੋਲਾ ਪਾਣਾ? ਉਹਦੇ ਤਾਂ ਫੈਮਿਲੀ ਮੈਂਬਰ ਹੈ ਜੀ ਸਰ। ਉਹ ਸਰ ਦਰਿੰਦਾ ਉਹਦੇ ਘਰ ਦੇ ਵਿੱਚ ਹੈਗਾ ਸਰ, ਉਹ ਮਤਲਬ ਘਰ ਜਾਣ ਦੀ ਜ਼ਿੱਦ ਕਰ ਰਹੀ ਸੀ ਨਾ। ਮੈਂ ਉਸ ਟਾਈਮ ਬੱਚੀ ਨੂੰ ਉਹਦਾ ਫੁੱਲ ਮਤਲਬ ਗੁੱਸੇ ਨਾਲ ਮੂੰਹ ਵੀ ਦਬਾਇਆ ਸਰ, ਗਲਾ ਵੀ ਦਬਾਇਆ ਸਰ। ਤੇ ਫਿਰ ਦੂਸਰਾ ਬਿਆਨ ਕਿਉਂ ਹੈ ਦਿੱਤਾ ਹੀ ਹੈ ਜਿਹੜਾ ਹੁਣ ਸੁਣਾ ਰਿਹਾ ਸੀ ਤੂੰ? ਸਰ ਉਹ ਬਿਆਨ ਇਸੇ ਦਿੱਤਾ ਕਿ ਕਿਉਂਕਿ ਜ਼ਿਆਦਤੀ ਕੀਤੀ ਜੇ ਹੈ, ਤੇ ਸਰ ਮਤਲਬ ਕਿ ਉਹ ਸਰ ਪਹਿਲੀ ਲਗਾ ਲਓ ਜਾਂ ਦੂਸਰੀ ਵਾਲੀ ਲਗਾ ਲਓ, ਲੇਕਿਨ ਮੈਂ ਕੀਤੀ ਦੂਸਰੀ ਵਾਰੀ ਹੈ ਸਰ, ਜਿਹੜਾ ਦੂਸਰਾ ਬਿਆਨ। ਹੁਣ ਦਰਿੰਦੇ ਤੈਨੂੰ ਕੀ ਸਜ਼ਾ ਹੋਣੀ ਚਾਹੀਦੀ? ਤੇਰੇ ਬੱਚੇ ਅਜ਼ੇਨ ਚੋਂ ਆਂਦਾ ਬੱਚਿਆਂ ਦਾ ਆਉਂਦਾ ਸਰ ਕੀ ਆਂਦਾ ਕਿ ਉਸ ਬੱਚਿਆਂ ਦਾ ਕੀ ਬਣੇਗਾ? ਅਗਰ ਮੈਨੂੰ ਸਜ਼ਾਏ ਮੌਤ ਹੋ ਗਈ ਤਾਂ ਬੱਚਿਆਂ ਦਾ ਕੀ ਬਣੇਗਾ? ਬੱਚੇ ਇਹ ਆਂਦਾ ਕਿ ਸਜ਼ਾਏ ਮੌਤ ਹੋ ਗਈ ਤਾਂ ਕੀ ਬਣੇਗਾ? ਉਹ ਜਿਹੜਾ ਤੂੰ ਕੰਮ ਕੀਤਾ ਹੈ ਦੁਨੀਆ ਦੇ ਵਿੱਚ ਉਹਨਾਂ ਨੂੰ ਭੁਗਤਣਾ ਪੈ ਗਿਆ, ਤੇ ਫਿਰ ਐ ਨਹੀਂ ਜ਼ੇਨ ਚੋਂ ਆਂਦਾ? ਸਭ ਕੁਝ ਮੇਰੀ ਔਲਾਦ ਨਾਲ ਵੀ ਇੰਜ ਹੋ ਸਕਦਾ, ਮੈਂ ਕਿਸੇ ਦੀ ਔਲਾਦ ਨਾਲ ਇੰਜ ਕੀਤਾ ਐ ਆਂਦਾ ਹੀ ਜ਼ੇਨ ਚ? ਸਰ ਸਭ ਕੁਝ ਆਪਣੀ ਸਜ਼ਾ ਤੋਂ ਬਚਣਾ ਪਿਆ ਬਸ। ਸਾਰੀ ਗੱਲਾਂ ਸਰ ਆਉਂਦੀਆਂ ਜ਼ੇਨ ਵਿੱਚ। ਤੇ ਫਿਰ ਸ਼ਰਮ ਆਂਦੀ ਹੈ, ਤੇ ਸ਼ਰਮ ਦੇ ਨਾਲ ਦੱਸ ਨਾ, ਤੇ ਤੇਰਾ ਅੰਜਾਮ ਕੀ ਹੋਣਾ ਚਾਹੀਦਾ ਲੋਕਾਂ ਨੂੰ ਦੱਸ। ਤੇਰੇ ਵਰਗੇ ਦਰਿੰਦਿਆਂ ਦੇ ਨਾਲ ਕੀ ਹੋਣਾ ਚਾਹੀਦਾ ਦੱਸ। दरिंदा सिफ्त मुलजमान को इबरत का निशान बना देना चाहिए, ताकि आइंदा ऐसा करने से पहले कोई भी ऐसा दरिंदा सिफ्त मुलजिम 1 बार नहीं 2, 100, 1000, लाख, करोड़ बार ज़रूर ये सोचे कि उसके नताइज क्या होंगे और उसको सज़ा क्या होगी, ताकि आइंदा ऐसे वाक़यात रूनुमा ना हो। नाजरीन, इस वक्त हमारे साथ SHO फिरोज वाला लुकमान अयूब भट्ट साहब मौजूद हैं। उन्हीं की ज़ुबानी जानते हैं कि ये अजीबो गरीब सी और दर्दनाक वारदात किस तरह से उन्होंने ट्रेस की। पहले तो बहुत शुक्रिया लुकमान साहब, आपने वक्त दिया। ये बताइएगा, इतना बड़ा इलाके में सानिया हो गया, एक 7 साल बच्ची को दरिंदगी का निशाना बनाने के बाद कत्ल कर दिया गया। असल में इसकी तहकीकात का आगाज़ कैसे हुआ, और शुरू में तो मुख्तलिफ पहलुओं पर आपने तफ्तीश की होगी, उसका आगाज़ कैसे किया और फिर ये मुलजिम किस तरह से बेनकाब हुआ? बिस्मिल्लाहिर्रहमानिर्रहीम। ये थाना फिरोज वाला है गुजरांवाला का, उसका एक इलाका है जंगी। उधर ये इंसिडेंट हुआ कि एक छोटी बच्ची थी 7 साल की, बरीहा। वो जुमे का दिन होता है, वो गुमशुदा हो जाती है, लापता हो जाती 3 बजे, ठीक, दोपहर को थी। हाँ, घर से निकलती है, उसके बाद वो लापता हो जाती है। शाम मगरिब के टाइम वो घर वाले उसे ढूंढना शुरू करते हैं बच्ची को, लेकिन बच्ची नहीं मिलती उनको। सही। वो काफ़ी ढूंढते हैं, फिर 8 बजे वो 15 पे कॉल करते हैं। पुलिस उधर चली जाती है और उनके साथ मिलके बच्ची को ढूंढती है मुख्तलिफ़ जगहों पे, वीरान जगहों पे। पहले वो अपनी मदद आपके तहत ढूंढ लेते हैं? पहले उन्होंने खुद ढूंढा है मगरिब से 8 बजे तक, फिर उन्होंने पुलिस को इन्फॉर्म किया। ठीक है। पुलिस ने उनके साथ मिलके काफ़ी बच्ची को तलाश करने की कोशिश की उसी रात। सही। लेकिन बच्ची नहीं मिलती, ना उसका कोई सुराग मिलता है, ना उसकी इतला मिलती है। कोई बच्ची को जो कोई लास्ट टाइम देखने वाला भी कोई इस तरह की बात हमें नहीं बताता जिससे हमें कोई मदद मिल सके। सही।
वो दरख्वास्त देते हैं, हम उसी वक्त उनका FIR दर्ज करते हैं, अगवा की। अगवा की बच्ची ठीक है। की। उससे अगले दिन फिर हम बच्ची की तलाश शुरू करते हैं। ठीक, बैकवर्ड इलाका है, उधर काफ़ी मुश्किलात बच्ची को ढूंढने में आई। कोई टेक्निकल इस तरह की कोई चीज़, कैमरा जात बिल्कुल ना होने के बराबर है उधर। जंगी नाम है जंगी इलाके का। फरोज वाला पुल है, उसके आगे आबादी है, बैकवर्ड इलाके सही। नई आबादी है। सही। फिर संडे वाले दिन हमें कोई ना CCTV से दूर से कोई बच्ची का ना सुराग मिलता है, पहली जो फुटेज वगैरह हमें मिलती है। जुमे के रोज से गायब हुई हुई है, हाँ, संडे को मिलती है। तफ्तीश में पेशरफ्त होती है। ठीक है। वो उससे- क्या फुटेज होती है लुकमान वो साहब? फुटेज बच्ची किसी एक आदमी के साथ बैठ के पीछे मोटरसाइकिल पे लेके जा रहा होता है, घर से काफ़ी दूर को 1.5 किलोमीटर के फासले पे। सही। हमें पहली जो फुटेज मिलती है, सही। उस फुटेज को लेके फिर हम आगे चलते हैं। तो एक जगह पे फिर जाके वो जो बंदा होता है मोटरसाइकिल, वो क्लियर होता है, वो कोई और नहीं, वो बच्ची का सगा फूफा था। ठीक अच्छा। है, वो आइडेंटिफाई हुआ। ठीक, उसके बाद फौरी तौर पे हमने, जब उसकी शिनाख्त हो गई कि ये बच्ची का फूफा है, हमने उसे उसकी फैक्ट्री से हिरासत में लिया। हिरासत में लेने के बाद उससे इंटेरोगेशन की, तो पहले वो बिल्कुल नहीं उसने माना कि ये पहले कहता रहा कि मैं बच्ची को वापस छोड़ गया था, मैं तो उसे चीज़ ले दे के उसे फिर दोबारा घर छोड़ गया था। अच्छा। ठीक है, लेकिन ये बात साबित नहीं होती। फिर हम मज़ीद टेक्निकल तरीक़ों से, अब ज़्यादा डिटेल में इसलिए नहीं जा रहा कि फिर वो जो मुलजमान अवेयरनेस नहीं हो जाती है, आगे फिर ये गलती नहीं करते। तो जब हमने मुकम्मल अपने तौर पे तसल्ली कर ली कि ये मुलज़म ही के साथ बच्ची रही है, उसी ने बच्ची को कहीं लेके गया है, बच्ची से फिर इसने ज़्यादती की, ज़्यादती करने के बाद बच्ची को गला दबा के बच्ची की कत्ल कर दी। बच्ची को कत्ल कर दिया। उसके बाद ये 7 साल उम्र है बच्ची। 7 साल बच्ची की उम्र है। फिर उसके बाद ये खौफजदा हो गया कि अब ये मैंने क्या कर दिया है। ये फुफ्फा है। सगा फूफा है, और बच्ची के घर ही रहाइश पजीर था। अच्छा, वहीं पे अपनी रहता है? फैमिली समेत वहीं पे सही। रहाइश पजीर था। अब ये डर गया, फिर इसने बच्ची की डेड बॉडी जो थी उसको एक तोड़े में बंद किया। बंद करके फिर इसने मोटरसाइकिल पे अकेले ने, जहाँ पे इसने बच्ची के साथ ये वारदात की, वहाँ पे 1.5-2 किलोमीटर के फासले पे एक गंदा नाला है। सही। मक्की रोड है, गंदा नाला, काफ़ी पानी है उसमें, तेज़ पानी है। उधर रात को ना इसने 12:30-1 डेड बॉडी उधर फेंक दी नाले में। सही। उसके बाद ये फैक्ट्री में रहता है, चौकीदार अभी उधर वहीं करता है, तो उधर आके सो गया। ये मुलाजमत क्या करता है वहाँ पे? सिल्वर की कोई फैक्ट्री है, तो उधर ये काम भी करता है, दिन को, रात को उधर ही सो जाता है। सही। चौकीदार भी करता है। अच्छा, इसके बीवी बच्चे जो हैं वो बच्ची के घर वहाँ पे रहते हैं? ये वहाँ पे खुद नहीं रहता? नहीं, खुद कभी कभी घर जाता था। सही। बीवी बच्चे मुश्किल 7-8 साल से इधर रह रहे हैं। बेसिकली ये नारोवाल का रहायशी था। अच्छा, मतलब इसके अपने भी बच्चे इतने ही होंगे? 2 बच्चे हैं, एक 7 साल है इसकी एज, एक 5 साल का। वाइट कलर का तोड़ा था, उसमें ये फेंक के, तो ये डाल के उस उधर फेंक देता है खुद ही अकेला ही। सही। ये जब आपने इसे हिरासत में ले लिया, गिरफ्तार कर लिया, तो फौरी ब्रेक हो गया कि टाल मटोल करता रहा? क्या कहता रहा? करता रहा। ये बड़ा पक्का था और बड़ा मजबूत साहब का मालिक था। अच्छा। इसने पहले यही हमें बताया कि जी मैं बच्ची को लेके गया था। जब इसे तस्वीर दिखाई तो इसने कहा कि मैं चीज़ लेके वापस दे गया था, जबकि हकीकत में ऐसा नहीं था। ये बच्ची को वापस भी लेके नहीं आया, फिर इसने बच्ची को कत्ल करके तो उसकी डेड बॉडी उधर गंदे नाले में फेंक दी। सही। तो इंशाल्लाह तमाम तफ्तीश मुकम्मल करके इसको मंतकी अंजाम तक पहुंचाया जाए। लुकमान साहब, बड़ा ही अफसोसनाक वाक़या हमारे देखने वाले नाजरीन के लिए, कोई पैगाम इस वाक़े के बाद से कि किस तरह से अपने बच्चों को महफूज किया जा सकता है, किस तरह से बचा जा सकता है, क्या ज़िंदगी में बदलाव लाने होंगे, वो अगर कोई मैसेज दीजिए। वालिदैन से यही बात करना चाहेंगे कि अपने बच्चों पे कड़ी निगाह रखें। ठीक है, उन्हें बाहर अगर जाते हैं खेलने तो उन्हें बिल्कुल निगाह उन पे होनी चाहिए कि कहीं बच्चे खेलते खेलते किसी इस तरह के दरिंदा सिफ्त बंदे के हाथ ना लग जाएं। नाज़रीन, दरिंदगी किसी की भी मिरास नहीं,
कोई भी कहीं भी किसी भी वक्त दरिंदा बन सकता है, जिस तरह से इस केस में भी हुआ कि फूफा ने अपनी भतीजी को पहले जिनसी हवस का निशाना बनाया और फिर बेदर्दी के साथ मौत के घाट उतार दिया। लिहाजा हमें ये चाहिए कि हम अपने बच्चों को ये बताएं कि वो अपने वालिदैन की इजाजत के बगैर एक कदम भी ना उठाएं और किसी के भी साथ ना जाएं, ताकि नताइज इस तरह के भयानक ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।